ਤੁਹਾਡੇ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪਣੇ ਚੈਨਲ ਗੈਟ ਇਟ ਡਨ ਐਜੂਕੇਸ਼ਨ ਕੰਸਲਟੈਂਟ ਵੱਲੋਂ। ਪ੍ਰੋਫੈਸਰ ਅੰਕਿਤ ਸ਼ਰਮਾ ਮੈਂ ਤੁਹਾਡੇ ਨਾਲ ਹਾਂ ਅੱਜ ਆਪਾਂ ਡਿਸਕਸ ਕਰਾਂਗੇ ਫਿਰ ਕੋਈ ਇਹੋ ਜਿਹਾ ਇੱਕ ਪ੍ਰੋਗਰਾਮ ਜਿਹਨੂੰ ਸਿਲੈਕਟ ਕਰਨ ਨਾਲ ਆਪਾਂ ਨੂੰ ਬਹੁਤ ਸਾਰਾ ਬੈਨੀਫਿਟ ਹੋਏਗਾ। ਜੋ ਮੇਨ ਆਪਣਾ ਮੁੱਦਾ ਹੈ ਉਹ ਇਹ ਹੋਏਗਾ ਕਿ ਆਪਾਂ ਕੋਈ ਵੀ ਪ੍ਰੋਗਰਾਮ ਨੂੰ ਸਿਲੈਕਟ ਕਰਨਾ ਤਾਂ ਉਹਦੇ ਅੰਦਰ ਜਿਹੜੇ ਕੋਰਸਿਸ ਆਪਾਂ ਨੂੰ ਪੜ੍ਹਾਏ ਜਾਣਗੇ ਉਹਨਾਂ ਦੀ ਆਪਾਂ ਨੂੰ ਪ੍ਰਾਇਰ ਨੌਲੇਜ ਹੋਣੀ ਚਾਹੀਦੀ ਹੈ, ਤਾਂ ਕਿ ਜਦੋਂ ਤੁਸੀਂ ਜਾ ਰਹੇ ਹੋ, ਤੁਸੀਂ ਕੈਨੇਡਾ ਪਹੁੰਚ ਗਏ, ਉੱਥੇ ਤੁਸੀਂ ਸਟੱਡੀ ਕਰਨੀ ਹੈ ਤਾਂ ਤੁਹਾਨੂੰ ਪਤਾ ਹੋਏ ਕਿ ਜੋ ਤੁਸੀਂ ਸਬਜੈਕਟ ਚੂਜ਼ ਕੀਤੇ ਹੈ ਜਾਂ ਜੋ ਤੁਹਾਡੇ ਕੋਲ ਪ੍ਰੋਗਰਾਮ ਹੈ ਉਹ ਰੈਲੀਵੈਂਟ ਹੈ। ਉਹਦਾ ਇਕੱਲਾ ਨਾਮ ਹੀ ਰੈਲੀਵੈਂਟ ਹੋਣਾ ਨਹੀਂ ਹੁੰਦਾ, ਉਹਦੇ ਅੰਦਰ ਜੋ ਕੋਰਸਿਸ ਤੁਹਾਨੂੰ ਪੜ੍ਹਾਏ ਜਾਣਗੇ ਉਹ ਤੁਹਾਨੂੰ ਕਿੰਨੇ ਕੁ ਲੈਵਲ ਤੱਕ ਤੁਹਾਨੂੰ ਲੱਗਦਾ ਕੌਨਫੀਡੈਂਟ ਹੋ ਕਿ ਤੁਹਾਨੂੰ ਸਮਝ ਆ ਜਾਏਗਾ। ਐਂਡ ਇਹ ਆਪਣਾ YouTube ਚੈਨਲ ਹੈ। ਐਂਡ ਇੱਕ ਚੀਜ਼ ਹੋਰ, ਕੋਈ ਇਹੋ ਜਿਹੇ ਟੌਪਿਕਸ ਹੈ ਜਿਹੜੇ ਕਿ ਹਰੇਕ ਟਾਈਪ ਦਾ ਪਰਸਨ ਕਵਰ ਨਹੀਂ ਕਰਦਾ, ਤਾਂ ਅਸੀਂ ਕਿੱਥੋਂ ਫਾਈਂਡ ਆਊਟ ਕਰੀਏ। ਤਾਂ ਤੁਹਾਡੇ ਸਭ ਲਈ ਅਸੀਂ ਇੱਕ ਗਰੁੱਪ ਬਣਾਇਆ ਹੋਇਆ, ਅਸਾਈਨਮੈਂਟ ਰਾਈਟਿੰਗ ਫॉर ਸਟੂਡੈਂਟਸ। ਫੇਸਬੁੱਕ ਦੇ ਉੱਤੇ ਇਹ ਮੇਰਾ ਗਰੁੱਪ ਚੱਲ ਰਿਹਾ ਜੀ, ਅਪਰੋਕਸੀਮੇਟਲੀ 26,000 ਮੈਂਬਰਸ ਹੈ ਅੱਜ ਇਹਦੇ ਵਿੱਚ। ਐਂਡ ਇਹਦੇ ਅੰਦਰ ਤੁਹਾਨੂੰ ਹਰ ਟਾਈਪ ਦਾ ਅਸਾਈਨਮੈਂਟ ਲਿਖਣ ਵਾਲਾ ਬੰਦਾ ਮਿਲ ਜੂਗਾ, ਕੋਈ ਹੈਲਪ ਕਰਨ ਵਾਲਾ ਬੰਦਾ ਮਿਲ ਜੂਗਾ, ਤੁਹਾਨੂੰ ਕਿਸੇ ਤਰ੍ਹਾਂ ਦਾ ਕੁਝ ਵੀ ਚਾਹੀਦਾ। ਪਰ ਇੱਕ ਰਿਕੁਐਸਟ ਇਹ ਹੈ, ਜੋ ਤੁਸੀਂ ਕਿਸੇ ਵੀ ਬੰਦੇ ਨੂੰ ਜਿੱਤੋਂ ਕੰਮ ਕਰਵਾਉਣਾ ਹੈ ਤਾਂ ਜਾਂ ਜਿੱਤੋਂ ਕੋਈ ਹੈਲਪ ਲੈਣੀ ਹੈ, ਉਹਨੂੰ ਤੁਸੀਂ ਕੰਟੈਕਟ ਕਰੋ, ਉਹਦੇ ਨਾਲ ਗੱਲਬਾਤ ਕਰੋ, ਉਹਨੂੰ ਪੁੱਛੋ ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਉਹ ਪਰਸਨ ਖੁਦ ਕਰ ਸਕਦਾ ਹੈ, ਉਹਨੂੰ ਖੁਦ ਕੈਪੇਬਿਲਿਟੀ ਹੈ, ਉਹਦੀ ਕੋਈ ਕੁਆਲੀਫਿਕੇਸ਼ਨ ਹੈ। ਐਂਡ ਦੈਨ ਉਸ ਦੇ ਉੱਤੋਂ ਤੁਸੀਂ ਆਪਣਾ ਕੰਮ ਕਰਵਾ ਸਕਦੇ ਹੋ। ਕੋਈ ਹੈਲਪ ਲੈਣੀ ਚਾਹੁੰਦੇ ਹੋ ਉਹ ਲੈ ਸਕਦੇ ਹੋ, ਠੀਕ ਹੈ ਜੀ। ਇਹ ਗਰੁੱਪ ਇੱਕ ਪਬਲਿਕ ਪਲੈਟਫਾਰਮ ਹੈ, ਇਹਦੇ ਵਿੱਚ ਕੋਈ ਵੀ ਆ ਸਕਦਾ, ਕੋਈ ਵੀ ਜਾ ਸਕਦਾ। ਐਂਡ ਮੋਰਲ ਆਪਣਾ ਇਹੀ ਹੈ ਕਿ ਜੋ ਵੀ ਸਟੂਡੈਂਟਸ ਹੈ ਉਹਨਾਂ ਦੀ ਜੋ ਵੀ ਮੈਕਸਿਮਮ ਹੈਲਪ ਹੈ, ਅਗਰ ਉਹਨਾਂ ਨੂੰ ਕੋਈ ਟੌਪਿਕ ਨਹੀਂ ਸਮਝ ਆ ਰਿਹਾ ਤਾਂ ਉਹ ਉਹਨੂੰ ਸਮਝ ਸਕਣ, ਉਹਨਾਂ ਨੂੰ ਇੱਥੋਂ ਹੈਲਪ ਮਿਲ ਜਾਏ, ਠੀਕ ਹੈ ਜੀ। ਇਹਦੇ ਅੰਦਰ ਕਿਸੇ ਵੀ ਬੰਦੇ ਦੇ ਉੱਤੇ ਤੁਸੀਂ ਅਗਰ ਫੇਥ ਕਰਦੇ ਹੋ ਤਾਂ ਨੈਚੁਰਲ ਜੀ ਗੱਲ ਹੈ, ਬਲਾਈਂਡ ਫੇਥ ਆਪਾਂ ਨੂੰ ਕਦੇ ਨਹੀਂ ਕਰਨਾ ਚਾਹੀਦਾ। ਤੁਸੀਂ ਚੈੱਕ ਕਰੋ, ਬੰਦੇ ਨੂੰ ਪੁੱਛੋ, ਉਹਦਾ ਪਾਸਟ ਰਿਜ਼ਲਟ ਚੈੱਕ ਕਰੋ, ਆਪਣੇ ਰੈਫਰੈਂਸਿਸ ਨੂੰ ਚੈੱਕ ਕਰੋ। ਤੁਹਾਡੇ ਹੋ ਸਕਦਾ ਕਿਸੇ ਫਰੈਂਡਸ ਨੇ ਪਹਿਲਾਂ ਕਦੇ ਕੋਈ ਹੈਲਪ ਲਿੱਤੀ ਹੋਵੇ, ਉਹਨਾਂ ਨੂੰ ਕਿਹਨੂੰ ਕੀ ਬੈਨੀਫਿਟ ਹੋਇਆ। ਐਂਡ ਇਹ ਸਾਰੀਆਂ ਚੀਜ਼ਾਂ ਨੂੰ ਸਿਲੈਕਟ ਕਰਨ ਤੋਂ ਬਾਅਦ ਜਦੋਂ ਫਾਈਨਲੀ ਤੁਹਾਡੇ ਕੋਲ ਡਿਸੀਜਨ ਆਵੇ, ਫਿਰ ਹੀ ਤੁਸੀਂ ਇੱਕ ਬੰਦੇ ਨੂੰ ਹਾਇਰ ਕਰੋ ਆਪਣੀ ਜੋ ਵੀ ਕੰਮ ਕਰਵਾਉਣਾ, ਜੋ ਵੀ ਹੈਲਪ ਲੈਣੀ ਹੈ ਉਹਦੇ ਲਈ। ਐਂਡ ਨਾਓ ਵੀ ਆਰ ਮੂਵਿੰਗ ਬੈਕ ਟੂ ਦਾ ਟੌਪਿਕ। ਤਾਂ ਅੱਜ ਆਪਾਂ ਗੱਲ ਕਰਾਂਗੇ ਆਫਿਸ ਐਡਮਿਨਿਸਟ੍ਰੇਸ਼ਨ ਲੀਗਲ, ਠੀਕ ਹੈ ਜੀ। ਤਾਂ ਲਾਸਟ ਜੋ ਵੀਡੀਓਜ਼ ਹੈ ਉਹਦੇ ਵਿੱਚ ਤੁਹਾਨੂੰ ਆਫਿਸ ਐਡਮਿਨਿਸਟ੍ਰੇਸ਼ਨ ਜਨਰਲ ਜੋ ਕਿ 1 ਸਾਲ ਦਾ ਪ੍ਰੋਗਰਾਮ ਹੈ, ਐਂਡ ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੈਕਟਿਵ ਜੋ ਕਿ 2 ਸਾਲ ਦਾ ਪ੍ਰੋਗਰਾਮ ਹੈ। ਹੁਣ ਇਹਨਾਂ ਤਿੰਨਾਂ ਦੇ ਵਿੱਚ ਮੈਂ ਡਿਫਰੈਂਸ ਦੱਸ ਦਿੰਦਾ ਤੁਹਾਨੂੰ। ਜੋ ਤਾਂ ਹੈ ਆਫਿਸ ਐਡਮਿਨਿਸਟ੍ਰੇਸ਼ਨ ਜਨਰਲ, ਦਿਸ ਇਜ਼ ਅ ਜਨਰਲ ਕੋਰਸ ਫॉर ਐਨੀ ਕਾਈਂਡ ਆਫ ਇੰਪਲੋਇਮੈਂਟ, ਠੀਕ ਹੈ ਜੀ। ਜੋ ਇੰਪਲੋਇਮੈਂਟ ਕਿਸੇ MNC ਦੇ ਅੰਡਰ ਨਹੀਂ ਆਉਂਦੀ। ਫੋਰ ਐਗਜ਼ਾਮਪਲ ਤੁਸੀਂ ਗਏ ਕਿਤੇ, ਇੱਕ ਸਟੋਰ ਮਿਲ ਗਿਆ ਤੁਹਾਨੂੰ ਕਿਸੇ ਬੰਦੇ ਦਾ, ਉਹ ਸਟੋਰ ਕਹਿ ਰਿਹਾ ਕਿ ਮੈਨੂੰ ਇੱਕ ਅਕਾਊਂਟੈਂਟ ਚਾਹੀਦਾ ਜਾਂ ਆਫਿਸ ਐਡਮਿਨ ਚਾਹੀਦਾ, ਐਂਡ ਤੁਸੀਂ ਉੱਥੇ ਜੋਬ ਕਰ ਸਕਦੇ ਹੋ, ਠੀਕ ਹੈ ਜੀ। ਤਾਂ ਉਸ ਲਈ ਆਫਿਸ ਐਡਮਿਨ ਜਨਰਲ ਹੀ ਬੈਨੀਫੀਸ਼ੀਅਲ ਹੈ। ਜਿਹੜੇ ਆਪਣੇ ਕੋਲ ਇੱਥੋਂ ਸਟੂਡੈਂਟ ਜਾਂਦੇ ਹੈ ਲਾਈਕ ਆਫਟਰ ਆਇਲਸ ਕਰਨ ਤੋਂ ਬਾਅਦ, ਉਹਨਾਂ ਨੂੰ ਅਸੀਂ ਹਮੇਸ਼ਾ ਰეკਮੈਂਡ ਕਰਦੇ ਹਾਂ ਕਿ ਤੁਸੀਂ ਘੱਟੋ ਘੱਟ 2 ਸਾਲ ਦਾ ਪ੍ਰੋਗਰਾਮ ਲਓ, ਤਾਂ ਕਿ ਉਹਦੇ ਵਿੱਚ ਤੁਹਾਨੂੰ ਅਪਰੋਕਸੀਮੇਟਲੀ 2 ਸਾਲ ਤੋਂ ਵੱਧ ਦਾ ਵਰਕ ਪਰਮਿਟ ਮਿਲ ਜਾਏ। ਉਹਦੇ ਨਾਲ ਇੰਨਾ ਟਾਈਮ ਇਹ ਤਾਂ ਮੈਂਸ਼ਨ ਕੀਤਾ ਜਾਂਦਾ ਤਾਂ ਕਿ ਤੁਸੀਂ ਉੱਥੇ ਅੱਛੇ ਟਾਈਮ ਦੇ ਵਿੱਚ ਤੁਸੀਂ ਆਪਣੀਆਂ ਜੋਬਸ ਫਾਈਂਡ ਆਊਟ ਕਰ ਸਕੋ, ਤੁਸੀਂ ਆਪਣੇ ਪ੍ਰੋਫੈਸ਼ਨਲ ਕੰਟੈਕਟਸ ਡਿਵੈਲਪ ਕਰ ਸਕੋ, ਐਂਡ ਤੁਸੀਂ ਇਹਨਾਂ ਚੀਜ਼ਾਂ ਨੂੰ ਇੱਕ ਤਰ੍ਹਾਂ ਦੇ ਜਿਵੇਂ ਕਹਿੰਦੇ ਆ ਕਿ ਪਕੜ ਕਰ ਸਕੋ ਕਿ ਤੁਹਾਨੂੰ ਕਿੱਥੇ ਕੰਮ ਕਰਨਾ, ਕਿਹੜੀ ਕੰਪਨੀ ਦੇ ਅੰਦਰ ਕੰਮ ਕਰਨਾ, ਕਿਹੜੀ ਕੰਪਨੀ ਤੁਹਾਨੂੰ ਅੱਗੇ ਵਰਕ ਵੀਜ਼ਾ ਦੇਗੀ, ਅੱਛਾ ਦੇਗੀ, ਕਿਹੜੀ ਕੰਪਨੀ ਤੁਹਾਨੂੰ ਵਰਕ ਵੀਜ਼ੇ ਦੇ ਨਾਲ ਅੱਗੇ ਤੁਹਾਨੂੰ PR ਲਈ ਰეკਮੈਂਡ ਕਰੇਗੀ। ਤਾਂ ਇਹ ਸਾਰੀਆਂ ਚੀਜ਼ਾਂ ਨੂੰ ਸਮਝਣ ਲਈ ਤੁਹਾਨੂੰ ਕੁਝ ਟਾਈਮ ਚਾਹੀਦਾ, ਐਂਡ ਯੂ ਹੈਵ ਟੂ ਬੀ ਵੈਰੀ ਵੈਰੀ ਵਿਜੀਲੈਂਟ, ਠੀਕ ਹੈ ਜੀ। ਬਹੁਤ ਤਰ੍ਹਾਂ ਦੀਆਂ ਕੰਪਨੀਆਂ, ਕਈ ਸਟੂਡੈਂਟ ਇੱਦਾਂ ਦੇ ਹੁੰਦੇ, ਉਹ ਕਿਤੇ ਇੱਕ ਜਗ੍ਹਾ ਕੰਮ ਕਰਨ ਲੱਗ ਜਾਂਦੇ ਆ, ਉਸ ਤੋਂ ਬਾਅਦ ਐਕਸਪਲੋਰ ਨਹੀਂ ਕਰਦੇ। ਜਦੋਂ ਤੁਹਾਡੇ ਕੋਲ ਕੋਈ ਚਾਂਸ ਹੁੰਦਾ ਤੁਹਾਨੂੰ ਫਟਾਫਟ ਐਕਸਪਲੋਰ ਕਰਕੇ ਦੂਸਰੇ ਅੱਛੀ ਕੰਪਨੀਜ਼ ਲਈ ਟਰਾਈ ਕਰਨਾ ਤਾਂ ਕਿ ਤੁਹਾਡਾ ਬੈਨੀਫਿਟ ਹੋ ਜਾਏ, ਠੀਕ ਹੈ। ਤਾਂ ਜੋ ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੈਕਟਿਵ ਹੈ, ਦੈਟ ਇਜ਼ ਫॉर ਐਨੀ ਕਾइंड ऑफ MNCs। ਕੋਈ ਪੋਪੂਲਰ ਬ੍ਰਾਂਡਸ ਹੈ ਨਾ, ਕੋਈ ਬੜੇ ਆਫਿਸਿਸ ਹੈ, ਉਹਨਾਂ ਦੇ ਅੰਦਰ ਤੁਸੀਂ ਜੋਬਸ ਲੈ ਸਕਦੇ ਹੋ। ਆਫਿਸ ਐਡਮਿਨ ਐਗਜ਼ੈਕਟਿਵ ਦੇ ਵਿੱਚ ਕੁਝ ਐਕਸਟਰਾ ਤੁਹਾਡੇ ਕੋਲ ਕੋਰਸਿਸ ਹੁੰਦੇ ਆ ਜਿਹੜੇ ਤੁਹਾਨੂੰ ਹੈਲਪ ਕਰਦੇ ਆ ਉੱਥੇ ਐਨਰੋਲ ਹੋਣ ਲਈ। ਐਂਡ ਉੱਥੇ ਦਾ ਫੋਰ ਐਗਜ਼ਾਮਪਲ ਅਕਾਊਂਟੈਂਸੀ ਸਿੱਖਣੀ ਹੈ ਜਾਂ ਤੁਸੀਂ ਕੁਛ ਐਡਵਾਂਸ ਲੈਵਲ ਸਕਿੱਲ ਸਿੱਖਣੇ ਹੈ, ਤਾਂ ਉਹ ਤੁਹਾਨੂੰ ਆਫਿਸ ਐਡਮਿਨਿਸਟ੍ਰੇਟਰ ਜਿਹੜਾ ਐਡਮਿਨਿਸਟ੍ਰੇਸ਼ਨ ਵਾਲਾ ਹੈ
ਐਗਜ਼ੈਕਟਿਵ ਦੇ ਅੰਦਰ ਕਰਾਇਆ ਜਾਏਗਾ। ਹੁਣ ਤੀਸਰੀ ਟਾਈਪ ਆ ਗਈ ਆਪਣੇ ਕੋਲੇ ਆਫਿਸ ਐਡਮਿਨਿਸਟ੍ਰੇਸ਼ਨ ਲੀਗਲ। ਸੋ ਵੈਨ ਵੀ ਕਮ ਅਕ੍ਰੋਸ ਦਾ ਵਰਡ ਲੀਗਲ, ਆਪਾਂ ਨੂੰ ਇੱਕ ਸਿੰਪਲ ਜਿਹਾ ਸਿਨੈਰੀਓ ਸਮਝ ਆ ਜਾਏਗਾ ਕਿ ਲਾਅ ਐਂਡ ਗਵਰਨਮੈਂਟ ਦੇ ਨਾਲ ਰਿਲੇਟਡ ਜ਼ਰੂਰ ਇੱਥੇ ਕੁਛ ਨਾ ਕੁਛ ਕੰਮ ਆਏਗਾ। ਤਾਂ ਹੁਣ ਇਹਦੇ ਐਕਸਪਲੋਰ ਕਰੋਗੇ ਤਾਂ ਇਹਦੇ ਤੁਸੀਂ ਪਹਿਲਾਂ ਸਭ ਤੋਂ ਪਹਿਲੀ ਚੀਜ਼ ਇਹਦੇ ਕੋਰਸਿਸ ਦੇਖੋ। ਲੈਵਲ 1 ਦੇ ਅੰਦਰ ਕੀ ਹੈ, ਡਾਕੂਮੈਂਟ ਪ੍ਰੋਸੈਸਿੰਗ। ਇਹ ਸਾਰਿਆਂ ਦੇ ਵਿੱਚ ਸੇਮ ਹੈ ਜੀ, ਜਨਰਲ ਦੇ ਅੰਦਰ ਵੀ ਅਤੇ ਐਗਜ਼ੈਕਟਿਵ ਔਰ ਲੀਗਲ ਦੇ ਅੰਦਰ, ਤਿੰਨਾਂ ਦੇ ਅੰਦਰ ਸੇਮ ਹੈ। ਫੰਡਾਮੈਂਟਲਸ ਆਫ ਇਫੈਕਟਿਵ ਰਿਟਨ ਕਮਿਊਨੀਕੇਸ਼ਨ, ਤੁਸੀਂ ਜੋ ਵੀ ਲਿਖਦੇ ਹੋ, ਹਾਊ ਟੂ ਰਾਈਟ ਡਾਊਨ ਲੈਟਰਸ, ਬਿਜ਼ਨਸ ਲੈਟਰਸ, ਹੈ ਨਾ, ਡਾਕੂਮੈਂਟ ਪ੍ਰਿਪੇਅਰ ਕਰਨੇ। ਸਪੈਸ਼ਲ ਕੌਨਸਨਟ੍ਰੇਸ਼ਨ ਹੁੰਦੀ ਹੈ ਇਹਦੇ ਵਿੱਚ ਇੰਗਲਿਸ਼ ਲੈਂਗੁਏਜ ਦੇ ਉੱਤੇ, ਰਿਟਨ ਐਜ਼ ਵੈਲ ਐਜ਼ ਵਰਬਲ 'ਤੇ ਤਾਂ ਸ਼ਾਇਦ ਯੂ ਕੈਨ ਸੇ ਲਾਈਕ 15 to 20% ਇਸ ਤੋਂ ਜ਼ਿਆਦਾ ਨਹੀਂ ਹੁੰਦਾ। ਮੇਨਲੀ ਰਿਟਨ 'ਤੇ ਹੀ ਸਾਰੀ ਕੌਨਸਨਟ੍ਰੇਸ਼ਨ ਹੁੰਦੀ ਹੈ। ਹਾਊ ਯੂ ਮੇਕ ਯੂਟੀਲਾਈਜੇਸ਼ਨ ਆਫ ਪੰਕਚੁਏਸ਼ਨਸ, ਹਾਊ ਯੂ ਸਪੈਲ ਦ ਵਰਡਸ, ਹੈ ਨਾ। ਇੱਕ ਵਰਡ ਹੈ, ਉਹਦੇ ਅਲੱਗ-ਅਲੱਗ ਸਪੈਲਿੰਗ ਹੈ, ਹਰੇਕ ਸਪੈਲਿੰਗ ਅਲੱਗ ਸਿਨੈਰੀਓ ਦੇ ਅੰਦਰ ਯੂਜ਼ ਹੁੰਦਾ ਹੈ। ਤਾਂ ਇੰਨੀ ਬਰੀਕੀ ਦੇ ਇਹਦੇ ਵਿੱਚ ਪੜ੍ਹਾਇਆ ਜਾਏਗਾ ਤੁਹਾਨੂੰ। ਨੈਕਸਟ ਇਜ਼ ਬਿਜ਼ਨਸ ਕੰਪਿਊਟਿੰਗ ਐਪਲੀਕੇਸ਼ਨਸ। ਇਹ ਜਿਹੜਾ ਸਬਜੈਕਟ ਹੈ, ਅਗਰ ਤੁਸੀਂ ਜਨਰਲ ਦੇ ਅੰਦਰ ਪੜ੍ਹੋਗੇ ਤਾਂ ਤੁਹਾਨੂੰ ਇਹੀ ਮਿਲ ਜਾਏਗਾ, ਐਂਡ ਅਗਰ ਤੁਸੀਂ ਐਗਜ਼ੈਕਟਿਵ ਦੇ ਅੰਦਰ ਪੜ੍ਹੋਗੇ ਤਾਂ ਇਹਨੂੰ ਡਿਵਾਈਡ ਕੀਤਾ ਉਹਨਾਂ ਨੇ ਅਲੱਗ-ਅਲੱਗ। ਬਿਜ਼ਨਸ ਕੰਪਿਊਟਿੰਗ ਐਪਲੀਕੇਸ਼ਨ ਦੇ ਅੰਦਰ ਕੀ ਕਵਰ ਹੁੰਦਾ ਹੈ, ਮਾਈਕਰੋਸੋਫਟ ਵਰਡ ਦੇ ਸਕਿੱਲਸ, ਮਾਈਕਰੋਸੋਫਟ ਐਕਸਲ ਦੇ, ਮਾਈਕਰੋਸੋਫਟ ਪਾਵਰ ਪੁਆਇੰਟ ਦੇ, ਮਾਈਕਰੋਸੋਫਟ ਐਕਸੈਸ ਦੇ। ਇਹਨਾਂ ਦੇ ਅੰਦਰ ਕੀ ਹੈ, ਇਸ ਸਬਜੈਕਟ ਦੇ ਅੰਦਰ ਸਾਰਾ ਕੋਲੈਬੋਰੇਟ ਕਰਕੇ ਥੋੜ੍ਹਾ ਪਾਰਟ ਨਾਲ ਡਿਵਾਈਡ ਕੀਤਾ ਹੋਇਆ। ਜਨਰਲੀ ਬਿਜ਼ਨਸ ਕੰਪਿਊਟਿੰਗ ਐਪਲੀਕੇਸ਼ਨ 1 ਹੈ ਜਿਹੜਾ, ਉਹਦੇ ਅੰਦਰ ਵਰਡ ਐਂਡ ਐਕਸਲ ਨੂੰ ਕਵਰ ਕੀਤਾ ਜਾਂਦਾ। ਤਾਂ 50% ਸਿਲੇਬਸ ਤੁਹਾਨੂੰ ਮਾਈਕਰੋਸੋਫਟ ਵਰਡ ਦਾ ਮਿਲੇਗਾ, 50% ਤੁਹਾਨੂੰ ਮਿਲੇਗਾ ਮਾਈਕਰੋਸੋਫਟ ਐਕਸਲ ਦਾ। ਨੈਕਸਟ ਆ ਗਿਆ ਪ੍ਰੈਜੈਂਟੇਸ਼ਨ ਸੌਫਟਵੇਅਰ, ਜਿਹੜਾ ਕਿ ਆਪਣੇ ਕੋਲੇ ਮਾਈਕਰੋਸੋਫਟ ਪਾਵਰ ਪੁਆਇੰਟ ਹੈ, ਇਹਦਾ ਅਲੱਗ ਹੀ ਇਹਨਾਂ ਨੇ ਇੱਕ ਸਬਜੈਕਟ ਬਣਾ ਦਿੱਤਾ। ਤੁਹਾਨੂੰ ਇੱਥੇ ਸਾਰਾ ਸਮਝਾਇਆ ਜਾਏਗਾ ਕਿੱਦਾਂ ਤੁਸੀਂ ਪ੍ਰੈਜੈਂਟੇਸ਼ਨਸ ਬਣਾਉਣੀ ਹੈ, ਐਨੀਮੇਸ਼ਨਸ ਯੂਜ਼ ਕਰਨੀ ਹੈ, ਟ੍ਰਾਂਜ਼ੀਸ਼ਨਸ ਯੂਜ਼ ਕਰਨੀ ਹੈ। ਕੋਨੈਸਟੋਗਾ 101 ਇਹ ਬੇਸਿਕ ਕੋਰਸ ਹੈ, 1 ਘੰਟੇ ਦਾ ਹੀ ਹੈ। ਇਹਦੇ ਅੰਦਰ ਸਿਰਫ ਕੋਨੈਸਟੋਗਾ ਦੇ ਬਾਰੇ ਦੱਸਿਆ ਜਾਏਗਾ, ਕਿੱਦਾਂ ਇਹਨਾਂ ਦੀਆਂ ਲਾਇਬ੍ਰੇਰੀਜ਼ ਹੈ, ਕੀ ਇਹਨਾਂ ਦਾ ਸਿਸਟਮ ਹੈ, ਐਡੂਕੇਸ਼ਨ ਸਿਸਟਮ ਕੀ ਹੈ, ਅਕੈਡਮਿਕ ਇੰਟੈਗ੍ਰਿਟੀ ਕੀ ਚੀਜ਼ ਹੁੰਦੀ ਹੈ, ਇਹਦੇ ਬਾਰੇ ਆਏਗਾ। ਨੈਕਸਟ ਇਜ਼ ਫਾਊਂਡੇਸ਼ਨ ਆਫ ਬਿਜ਼ਨਸ ਮੈਥਮੈਟਿਕਸ। ਤਾਂ ਬੇਸਿਕ ਮੈਥਮੈਟਿਕਸ ਦੀ ਤੁਹਾਨੂੰ ਟੀਚਿੰਗ ਹੋਏਗੀ, ਸਿੰਪਲ ਕੁਛ ਫਾਰਮੂਲਾਜ਼ ਹੋਣਗੇ, ਹਾਊ ਟੂ ਇੰਪਲੀਮੈਂਟ ਦੈਮ, ਹਾਊ ਟੂ ਮੇਕ ਕੈਲਕੂਲੇਸ਼ਨਸ, ਇਹ ਸਾਰੀਆਂ ਚੀਜ਼ਾਂ ਬਿਜ਼ਨਸ ਮੈਥ ਦੇ ਅੰਦਰ ਕਵਰ ਹੁੰਦੀਆਂ। ਨੈਕਸਟ ਇਜ਼ ਇੰਟਰੋਡਕਸ਼ਨ ਟੂ ਆਫਿਸ ਟੈਕਨੋਲੋਜੀ। ਇੱਥੋਂ ਥੋੜ੍ਹਾ ਮੇਨ ਕੰਮ ਸ਼ੁਰੂ ਹੋ ਜਾਂਦਾ, ਲਾਈਕ ਫਸਟ ਲੈਵਲ ਦੇ ਅੰਦਰ ਇੰਟਰੋ ਟੂ ਆਫਿਸ ਟੈਕਨੋਲੋਜੀ, ਐਂਡ ਸੈਕਿੰਡ ਹੈ ਜਿਹੜਾ ਕਿ ਪ੍ਰੈਜੈਂਟੇਸ਼ਨ ਸੌਫਟਵੇਅਰ, ਅਤੇ ਥਰਡ ਹੈਗਾ ਬਿਜ਼ਨਸ ਕੰਪਿਊਟਿੰਗ ਐਪਲੀਕੇਸ਼ਨਸ। ਇਹ 3 ਸਬਜੈਕਟ ਮੇਨ ਹੈ ਜਿਹੜੇ ਕਿ ਤੁਹਾਡੇ ਪ੍ਰੋਗਰਾਮ ਸਪੈਸੀਫਿਕ ਹੈ, ਮਤਲਬ ਅੱਗੇ ਇਹ ਵਧਣਗੇ, ਹੌਲੀ ਹੌਲੀ ਇੰਕਰੀਜ਼ ਹੋਣਗੇ, ਇਨ ਡਿਟੇਲ ਡਿਸਕਸ ਹੋਣਗੇ। ਬਾਕੀ ਜੈਨਰਿਕ ਹੈ ਨਾ, ਜਿਵੇਂ ਆਪਾਂ ਕਰੀਏ ਫੰਡਾਮੈਂਟਲਸ ਆਫ ਇਫੈਕਟਿਵ ਰਿਟਨ ਕਮਿਊਨੀਕੇਸ਼ਨ, ਜਨਰਲ ਇੰਗਲਿਸ਼, ਡਾਕੂਮੈਂਟ ਪ੍ਰੋਸੈਸਿੰਗ, ਜਨਰਲ ਡਾਕੂਮੈਂਟ ਪ੍ਰੈਪਰੇਸ਼ਨ, ਵਰਡ ਫਾਈਲਾਂ ਵਗੈਰਾ ਕਿਵੇਂ ਤਿਆਰ ਕਰਨੀਆਂ, ਈਮੇਲਸ, ਲੈਟਰਸ, ਇੱਦਾਂ ਦੀਆਂ ਚੀਜ਼ਾਂ ਆ ਜਾਂਦੀਆਂ ਇਹਦੇ ਅੰਦਰ। ਤਾਂ ਇਹ ਸਾਰੇ ਇਹਨਾਂ ਦੇ ਅੰਦਰ ਬੇਸਿਕ ਆ ਗਏ। ਤਾਂ ਫਸਟ ਲੈਵਲ ਬਹੁਤ ਈਜ਼ੀ ਹੁੰਦਾ, ਪਰ ਸਟੂਡੈਂਟਸ ਨੂੰ ਕੀ ਹੁੰਦਾ, ਜਦੋਂ ਵੀ ਅਗਰ ਤੁਸੀਂ ਤਿੰਨੋਂ ਨੂੰ ਕੰਪੇਅਰ ਕਰੋਗੇ, ਆਫਿਸ ਐਡਮਿਨਿਸਟ੍ਰੇਸ਼ਨ ਦੇ ਤਿੰਨੋਂ ਟਾਈਪਸ, ਤਾਂ ਇਹਨਾਂ ਦਾ ਫਸਟ ਲੈਵਲ ਆਲਮੋਸਟ ਸੇਮ ਹੈ, 95% ਸੇਮ ਹੁੰਦਾ, ਅਲੱਗ ਕੁਛ ਨਹੀਂ। ਈਜ਼ੀ ਹੈ, ਪਰ ਸਟੂਡੈਂਟ ਨੂੰ ਸਟਾਰਟਿੰਗ ਦੇ ਵਿੱਚ ਜਾ ਕੇ ਦਿੱਕਤਾਂ ਕੀ ਹੁੰਦੀਆਂ, ਇੱਕ ਤਾਂ ਉਹਨਾਂ ਨੂੰ ਇੰਟਰਨਲ ਸਿਸਟਮ ਸੌਫਟਵੇਅਰ ਯੂਜ਼ ਕਰਨਾ ਨਹੀਂ ਆਉਂਦਾ, ਕਿੱਦਾਂ ਤੁਸੀਂ ਉਹਨਾਂ ਦੇ ਅੰਦਰ ਅਸਾਈਨਮੈਂਟਸ ਸਬਮਿਟ ਕਰਨੀ ਹੈ, ਕਿੱਦਾਂ ਤੁਸੀਂ ਟੈਸਟ ਕੁਇਜ਼ ਅਟੈਂਪਟ ਕਰਨੇ ਹੈ, ਟੈਸਟ ਅਟੈਂਪਟ ਕਰਨੇ ਹੈ, ਕਿੱਦਾਂ ਤੁਸੀਂ ਕੋਈ ਐਕਟੀਵਿਟੀਜ਼ ਕਰਨੀ ਹੈ, ਕਿਹੜੀ ਐਕਟੀਵਿਟੀਜ਼ ਕੀਤੀਆਂ ਹੋਣੀਆਂ ਚਾਹੀਦੀਆਂ। ਕਈ ਵਾਰ ਕੀ ਹੁੰਦਾ, ਕੁਝ ਸਟੂਡੈਂਟ ਕੀ ਹੈ, ਕੋਈ ਇੱਕ ਅਸਾਈਨਮੈਂਟ ਦੇਤੀ ਟੀਚਰ ਨੇ, ਸਟੂਡੈਂਟ ਨੇ ਅਸਾਈਨਮੈਂਟ ਕਰਕੇ ਦੇਤੀ ਡਾਇਰੈਕਟ, ਟੀਚਰ ਨੇ ਉਹਦੇ ਮਾਰਕਸ ਕੱਟ ਲੈਂਦੇ ਆ। ਜਦੋਂ ਬਾਅਦ 'ਚ ਸਟੂਡੈਂਟ ਕਨਫਰਮ ਕਰਦਾ ਕਿਉਂ ਕੱਟ ਲਏ ਜੀ, ਤਾਂ ਟੀਚਰ ਦੱਸੇਗਾ ਕਿ ਜੋ ਤੁਹਾਡੀ ਇੱਕ ਐਕਟੀਵਿਟੀ ਸੀ ਇਸੇ ਅਸਾਈਨਮੈਂਟ ਦੇ ਬੇਸ 'ਤੇ, ਉਹ ਤੁਸੀਂ ਨਹੀਂ ਕੀਤੀ। ਅਗਰ ਸਟੂਡੈਂਟ ਇੱਦਾਂ ਦੀਆਂ ਛੋਟੀਆਂ ਮਿਸਟੇਕਸ ਕਰਦਾ ਤਾਂ ਉਹ ਅੱਗੇ ਜਾ ਕੇ ਕਾਊਂਟ ਹੁੰਦੀਆਂ, ਟੀਚਰ ਨੂੰ ਇੱਕ ਬਹਾਨਾ ਮਿਲ ਜਾਂਦਾ ਮਾਰਕਸ ਕੱਟਣ ਦਾ। ਅਤੇ ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਧਿਆਨ ਰੱਖਣਾ ਆਪਾਂ, ਸਾਰੀਆਂ ਚੀਜ਼ਾਂ ਨੂੰ ਅੱਛਾ ਪਲਾਨ ਕਰਕੇ ਚੱਲਣਾ। ਟਾਈਮ ਟੇਬਲ ਤੁਹਾਡਾ ਸਟੂਡੈਂਟ ਪੋਰਟਲ ਦੇ ਵਿੱਚ ਅਵੇਲੇਬਲ ਹੈ, ਡਾਊਨਲੋਡ ਕਰਕੇ ਰੱਖ ਲਓ। ਅਗਰ ਕੋਈ ਵੀ ਚੇਂਜਸ ਹੋਣਗੀਆਂ ਤੁਹਾਨੂੰ ਜਿਹੜਾ ਮਾਈਕਰੋਸੋਫਟ ਈਮੇਲ ਹੈ, ਆਊਟਲੁੱਕ ਹੈ, ਉਹਦੇ ਵਿੱਚ ਈਮੇਲ ਆ ਜਾਊਗੀ। ਈਮੇਲ ਨੂੰ ਰੈਗੂਲਰਲੀ ਮੋਨੀਟਰ ਕਰਦੇ ਰਹੋ, ਕੋਈ ਵੀ ਚੇਂਜਸ ਆ, ਅਪਡੇਸ਼ਨਸ ਆ, ਜੋ ਵੀ, ਉਹਨਾਂ ਨੂੰ ਫੋਲੋ ਕਰਦੇ ਰਹੋ ਔਰ ਆਪਣੇ ਪਲਾਨ ਦੇ ਵਿੱਚ ਇੰਕਲੂਡ ਕਰਦੇ ਰਹੋ। ਨੈਕਸਟ ਹੈ ਜੀ ਇਸ ਤੋਂ ਬਾਅਦ ਲੈਵਲ 2। ਲੈਵਲ 2 ਦੇ ਉੱਤੇ ਕੀਬੋਰਡ ਟੈਕਨੀਕਸ, ਕੀਬੋਰਡ ਟਾਈਪਿੰਗ ਸਿਖਾਓਗੇ ਤੁਹਾਨੂੰ। ਇਹਨਾਂ ਦਾ ਆਪਣਾ ਇੱਕ ਸੌਫਟਵੇਅਰ ਹੈ, ਕੋਸ਼ਿਸ਼ ਇਹਨਾਂ ਦੀ ਹੁੰਦੀ ਹੈ ਕਿ 98% ਐਕੂਰੇਸੀ ਤੱਕ ਸਟੂਡੈਂਟ ਨੂੰ ਸਿਖਾ ਦਿੱਤਾ ਜਾਵੇ ਵਿਦ ਅ ਮਿਨੀਮਮ ਸਪੀਡ ਆਫ 40 ਵਰਡ ਪਰ ਮਿੰਟ।
ਜਿਹੜੇ ਸਟੂਡੈਂਟਸ ਕੋਲੇ ਘਰੇ ਕੰਪਿਊਟਰ ਨਹੀਂ ਹੁੰਦਾ +2 ਤੱਕ, ਉਹ ਸਟੂਡੈਂਟਸ ਨੇ ਕੀ ਕਰਨਾ ਜੀ, ਉਹਨਾਂ ਨੇ ਇਸ ਚੀਜ਼ ਦੀਆਂ ਜਿਹੜੀਆਂ ਟੈਕਨੀਕਸ ਹੈ, ਟਿਊਟਰ ਸੋਫਟਵੇਅਰ ਹੁੰਦਾ ਉਹਨੂੰ ਫੋਲੋ ਕਰਦੇ ਰਹੋ, ਪ੍ਰੈਕਟਿਸ ਕਰਦੇ ਰਹੋ। ਅਪਰੋਕਸੀਮੇਟਲੀ 35 ਤੱਕ ਦੀ ਵਰਡ ਸਪੀਡ ਬਣ ਜਾਂਦੀ ਹੈ, 35 ਵਰਡਸ ਪਰ ਮਿੰਟ। ਉਸ ਤੋਂ ਬਾਅਦ ਕੀ ਹੈ, 40+ 'ਤੇ ਜਾਣ ਲਈ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਂਦੀ ਹੈ, ਥੋੜ੍ਹੀ ਜਿਹੀ ਪ੍ਰੈਕਟਿਸ ਹੈ ਐਂਡ ਈਜ਼ੀਲੀ ਹੋ ਜਾਂਦਾ ਹੈ। ਕੁਝ ਸਟੂਡੈਂਟ ਜਨਰਲੀ ਕੁਐਰੀਜ਼ ਪੁੱਛਦੇ ਆ ਕਿ ਜਿਵੇਂ ਸਰ ਅਸੀਂ ਆਰਟਸ ਬੈਕਗਰਾਊਂਡ ਦੇ ਆ ਜਾਂ ਕੋਈ ਕਮਰਸ ਬੈਕਗਰਾਊਂਡ ਦਾ ਹੈ ਜਾਂ ਜਿਹਦੇ ਕੋਲ ਕੰਪਿਊਟਰ ਨਹੀਂ ਹੈ ਘਰੇ, ਉਹ ਕਹਿੰਦੇ ਸਰ ਸਾਡੇ ਲਈ ਤਾਂ ਮਤਲਬ ਇਟਸ ਹਾਰਡਲੀ ਲਾਈਕ ਸਾਡੀ ਤਾਂ 15 ਜਾਂ 20 ਵਰਡ ਪਰ ਮਿੰਟ ਸਪੀਡ ਹੁੰਦੀ ਹੈ ਜੇ ਅਸੀਂ ਜਿਨ੍ਹਾਂ ਨੇ ਕਿਤੇ ਅਟੈਂਪਟ ਕੀਤਾ ਤਾਂ ਵੀ ਅਸੀਂ 40 ਤੇ ਕਿਵੇਂ ਪਹੁੰਚਾਂਗੇ। ਤਾਂ ਕੋਈ ਇਹ 'ਚ ਡਿਫੀਕਲਟ ਨਹੀਂ ਹੈ। ਸਾਡੇ ਕੋਲ ਐਗਜ਼ਾਮਪਲਸ ਹੈ ਸਟੂਡੈਂਟਸ ਇੱਦਾਂ ਜਿਨ੍ਹਾਂ ਦੇ ਕੋਲ ਨਹੀਂ ਵੀ ਹੁੰਦਾ ਕੰਪਿਊਟਰ, ਪਰ ਅਗਰ ਰੈਗੂਲਰਲੀ ਉਹ ਪ੍ਰੈਕਟਿਸ ਕਰ ਰਹੇ ਆ, ਦੇ ਹੈਵ ਰੀਚਡ ਲਾਈਕ 55 ਵਰਡਸ ਪਰ ਮਿੰਟ ਆਲਸੋ। ਅਤੇ ਇਸ ਕੋਰਸ ਦੇ ਵਿੱਚ ਤੁਹਾਨੂੰ ਕੀ ਕਰਨਾ, ਤੁਸੀਂ ਆਪ ਹੀ ਪ੍ਰੈਕਟਿਸ ਕਰਨੀ ਹੈ। ਨਾਓ ਜਿਹੜਾ ਆਪਣੇ ਕੋਲ ਵਰਡ ਹੈਗਾ ਆਫਿਸ ਐਡਮਿਨਿਸਟ੍ਰੇਸ਼ਨ ਲੀਗਲ, ਤਾਂ ਲੀਗਲ ਦੀ ਅਗਰ ਗੱਲ ਕਰੀਏ ਤਾਂ ਆਪਣੇ ਕੋਲ ਹੁਣ ਆ ਗਿਆ ਲੀਗਲ ਦੇ ਸਬਜੈਕਟਸ। ਤਾਂ ਜਦੋਂ ਲੀਗਲ ਦੀ ਗੱਲ ਕਰੋਗੇ, ਗਵਰਨਮੈਂਟ ਐਂਡ ਲਾਅ ਇੰਕਲੂਡ ਹੁੰਦੇ ਜਾਣਗੇ। ਹੁਣ ਇਸ ਲੀਗਲ ਆਫਿਸ ਪ੍ਰੋਸੀਜਰ ਦੇ ਅੰਦਰ ਕੀ ਹੈ ਕਿ ਕਿੱਦਾਂ ਮੈਨੇਜ ਕੀਤੇ ਜਾਂਦੇ ਆ ਫੋਲਡਰਸ, ਕਿੱਦਾਂ ਕੋਈ ਡਾਕੂਮੈਂਟਸ ਨੂੰ ਸੇਵ ਕੀਤਾ ਜਾਂਦਾ ਹੈ, ਕਿੱਦਾਂ ਕੋਈ ਡਾਕੂਮੈਂਟਸ ਨੂੰ ਸਰਕੂਲੇਟ ਕੀਤਾ ਜਾਂਦਾ ਹੈ। ਫੋਰ ਐਗਜ਼ਾਮਪਲ ਅਗਰ ਤੁਸੀਂ ਇੱਕ ਗਵਰਨਮੈਂਟ ਆਫਿਸ ਨੂੰ ਇੱਕ ਈਮੇਲ ਲਿਖਣੀ ਹੈ ਤਾਂ ਉਸ ਈਮੇਲ ਦਾ ਫਾਰਮੈਟ ਕੀ ਹੋਣਾ ਚਾਹੀਦਾ, ਉਹਦੇ ਪਹਿਲੇ ਪੈਰਾਗ੍ਰਾਫ 'ਚ ਕੀ ਹੋਏਗਾ, ਦੂਸਰੇ 'ਚ ਕੀ ਹੋਏਗਾ, ਫਾਰਮੈਟ ਕਿਹੜੇ ਹੈਗੇ ਆ ਅਵੇਲੇਬਲ, ਮੈਮੋ ਲਿਖਣਾ ਹੈ, ਈਮੇਲ ਲਿਖਣੀ ਹੈ ਜਾਂ ਤੁਸੀਂ ਕੁਛ ਅਨਾਊਂਸਮੈਂਟ ਡਿਕਲੇਅਰ ਕਰਨੀ ਹੈ, ਔਰ ਹਰੇਕ ਚੀਜ਼ ਇਹਦੇ ਵਿੱਚ ਅਲੱਗ ਹੈ। ਟੈਲੀਫੋਨ ਦੀ ਟੈਕਨੀਕ ਕੀ ਹੈ, ਵਾਟ ਟੂ ਸੇ, ਵੈਨ ਟੂ ਸੇ, ਹਾਊ ਟੂ ਸੇ, ਕਿੱਦਾਂ ਤੁਸੀਂ ਅਗਰ ਇੱਕ ਆਫਲਾਈਨ ਮੈਸੇਜ ਦੇਣਾ ਟੈਲੀਫੋਨ ਦੇ ਉੱਤੇ ਉਹ ਕਿੱਦਾਂ ਦਿਓਗੇ, ਸਕੈਡਿਊਲਸ ਕਿਵੇਂ ਪ੍ਰਿਪੇਅਰ ਕਰੋਗੇ, ਉਹ ਸਾਰੀਆਂ ਚੀਜ਼ਾਂ ਇਸ ਸਬਜੈਕਟ ਦੇ ਅੰਦਰ ਕਰਾਈਆਂ ਜਾਂਦੀਆਂ। ਦੈਨ ਕਮਸ ਕਰੀਅਰ ਸਕਸੈਸ। ਕਰੀਅਰ ਸਕਸੈਸ 18 CDEV 1830 ਬਹੁਤ ਇੰਪੋਰਟੈਂਟ ਹੈ। ਅਪਰੋਕਸੀਮੇਟਲੀ 5 to 6 ਅਸਾਈਨਮੈਂਟਸ ਮਿਲਣਗੀਆਂ ਤੁਹਾਨੂੰ ਇਹਦੇ ਅੰਦਰ, ਔਰ ਇਕੱਲੀਆਂ ਅਸਾਈਨਮੈਂਟਸ ਹੀ ਹੈ। ਇਹਨਾਂ ਅਸਾਈਨਮੈਂਟਸ ਨੂੰ ਕਰਨ ਲਈ ਤੁਹਾਡੇ ਕੋਲ ਆਪਣਾ ਇੱਕ ਅੱਛਾ ਜਿਹਾ ਰਿਜ਼ਿਊਮ ਪ੍ਰਿਪੇਅਰਡ ਹੋਣਾ ਚਾਹੀਦਾ। +2 ਲੈਵਲ 'ਤੇ ਜਦੋਂ ਤੁਸੀਂ ਵੈਸੇ ਅਪਲਾਈ ਕਰੋਗੇ ਤੁਹਾਡੇ ਕੋਲ ਇੱਕ ਰਿਜ਼ਿਊਮੇ ਹੋਵੇਗਾ ਆਪਣਾ, ਐਂਡ ਉਹ ਰਿਜ਼ਿਊਮੇ ਤੁਹਾਡਾ ਅੱਗੇ ਇਹਦੇ ਅੰਦਰ ਯੂਜ਼ ਹੋਏਗਾ। ਤਾਂ ਕਿਵੇਂ ਜੋਬ ਸਰਚ ਕੀਤੀ ਜਾਂਦੀ ਹੈ, ਕਿੱਦਾਂ ਤੁਸੀਂ ਆਪਣੇ ਗੋਲਸ ਪ੍ਰਿਪੇਅਰ ਕਰਦੇ ਹੋ, ਕਿੱਦਾਂ ਤੁਸੀਂ ਜੋਬ ਦੇ ਅੰਦਰ ਜਿਹੜੇ ਸਕਿੱਲਸ ਆ ਉਹਨਾਂ ਸਕਿੱਲਸ ਨੂੰ ਆਪਣੇ ਸਕਿੱਲਸ ਨਾਲ ਮੈਚ ਕਰਨਾ ਹੈ, ਕਿੱਦਾਂ ਤੁਸੀਂ ਨੈਟਵਰਕਿੰਗ ਕਰਨੀ ਹੈ, ਆਪਣੇ ਕੌਨਟੈਕਟਸ ਬਣਾਉਣੇ ਹੈ, ਇਹ ਸਾਰੀਆਂ ਚੀਜ਼ਾਂ। ਮੌਕ ਇੰਟਰਵਿਊਜ਼ ਨੂੰ ਅਗਰ ਤੁਸੀਂ ਕਰੈਕ ਕਰਨਾ ਹੈ ਤਾਂ ਕਿਹੜੀ ਸਟ੍ਰੈਟਜੀਜ਼ ਯੂਜ਼ ਹੋਣਗੀਆਂ, ਕਿੱਦਾਂ ਤੁਸੀਂ ਉਹਨੂੰ ਅਪਲਾਈ ਕਰਨਾ ਹੈ, ਇਹ ਸਾਰੀਆਂ ਚੀਜ਼ਾਂ ਇਸ ਸਬਜੈਕਟ ਦੇ ਅੰਦਰ ਆਉਂਦੀਆਂ। ਬਹੁਤ ਇੰਪੋਰਟੈਂਟ ਸਬਜੈਕਟ ਹੈ ਔਰ ਸਾਰੇ ਤਿੰਨਾਂ ਆਫਿਸ ਐਡਮਿਨਿਸਟ੍ਰੇਸ਼ਨ ਪ੍ਰੋਗਰਾਮਸ ਦੇ ਅੰਦਰ ਇਹ ਅਵੇਲੇਬਲ ਹੁੰਦਾ ਹੈ। ਨੈਕਸਟ ਕਮਸ ਕਾਲਜ ਰੀਡਿੰਗ ਐਂਡ ਰਾਈਟਿੰਗ ਸਕਿੱਲਸ। ਇਹ ਸਬਜੈਕਟ ਦੇ ਅੰਦਰ ਦਿਸ ਇਜ਼ ਟੋਟਲੀ ਸਬਜੈਕਟਿਵ, ਠੀਕ ਹੈ ਜੀ। ਤੁਹਾਨੂੰ ਇਹ 'ਚ ਪ੍ਰਾਈਮਰਲੀ ਦੱਸਿਆ ਜਾਂਦਾ ਕਿ ਹਾਊ ਟੂ ਡੂ ਰਿਸਰਚ। ਤੁਸੀਂ ਇੱਕ ਰਿਸਰਚ ਆਰਟੀਕਲ ਬਣਾਉਣਾ ਹੈ ਤਾਂ ਕਿੱਦਾਂ ਬਣਾਉਣਾ ਹੈ, ਇੱਕ ਰਿਸਰਚ ਬੇਸਡ ਰਿਫਲੈਕਟਿਵ ਐਸੇ ਲਿਖਣਾ ਹੈ ਤਾਂ ਕਿੱਦਾਂ ਲਿਖਣਾ ਹੈ, ਕਿਹੜੀਆਂ ਚੀਜ਼ਾਂ ਨੂੰ ਕਵਰ ਕਰਨਾ ਹੈ, ਕਿਹੜੇ ਪੈਰਾਗ੍ਰਾਫਸ ਦੇ ਵਿੱਚ ਕਿਹੜੀਆਂ ਟੌਪਿਕਸ ਕੌਨਟੈਕਸਟ ਕਵਰ ਹੋਣੇ ਚਾਹੀਦੇ ਆ, ਇਹ ਸਾਰਾ ਇਹਦੇ ਅੰਦਰ ਤੁਹਾਨੂੰ ਐਕਸਪਲੇਨ ਕਰਨਗੇ। ਐਂਡ ਜਿੰਨਾ ਸਟੂਡੈਂਟਸ ਨੂੰ ਰਿਸਰਚ ਦਾ ਪਤਾ ਹੈ ਕਿ ਕਿੱਦਾਂ ਤੁਸੀਂ ਇੱਕ ਆਰਟੀਕਲ ਹੈ ਜਾਂ ਕੋਈ ਸੋਰਸ ਹੈ ਨਾ, ਸੋਰਸ ਕੁਛ ਵੀ ਹੋ ਸਕਦਾ, ਇਟ ਮੇ ਬੀ ਅ ਬੁੱਕ, ਇਟ ਮੇ ਬੀ ਅ ਜਰਨਲ, ਇਟ ਮੇ ਬੀ ਐਨ ਆਰਟੀਕਲ ਔਨ ਦ ਵੈਬਸਾਈਟ, it could be any presentation, it could be any lecture, ਹੈ ਨਾ, it could be any library book। ਤਾਂ ਇਹ ਸਾਰੀਆਂ ਚੀਜ਼ਾਂ ਨੂੰ sources ਕਹਿੰਦੇ ਆਪਾਂ। using these sources you have to give references and write some of your information, ਹੈ ਨਾ, ਉਸ ਟੌਪਿਕ ਬਾਰੇ। ਫਿਰ ਉਹਦੇ ਬਾਅਦ ਅਲੱਗ-ਅਲੱਗ ਚੀਜ਼ਾਂ ਆਉਣਗੀਆਂ। we have thesis lines, thesis statement ਹੁੰਦੀ ਹੈ ਇਹਦੇ ਅੰਦਰ, ਉਹ ਕਿੱਦਾਂ ਤੁਸੀਂ ਡਿਵੈਲਪ ਕਰਨੀ ਹੈ, ਕਿੱਦਾਂ ਉਹਦੀ ਰੈਲੀਵੈਂਸ ਕਰਨੀ ਹੈ। ਯੂ ਹੈਵ ਟੂ ਐਡ ਸਮ ਸਪੋਰਟਿੰਗ ਡਿਟੇਲਸ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਇੰਟੈਗਰੇਟ ਕਰਕੇ ਫਾਈਨਲੀ ਤੁਸੀਂ ਇਸ ਸਬਜੈਕਟ ਦੇ ਅੰਦਰ ਇੱਕ ਰਿਸਰਚ ਆਰਟੀਕਲ ਪ੍ਰਿਪੇਅਰ ਕਰਦੇ ਹੋ। ਤਾਂ ਇਹ ਬਹੁਤ ਇੰਪੋਰਟੈਂਟ ਹੈ। ਅੱਗੇ ਜਿਹੜੇ ਸਬਜੈਕਟ ਆਉਂਦੇ ਸਬਜੈਕਟਿਵ, ਉਹਨਾਂ ਦੇ ਵਿੱਚ ਰੈਫਰੈਂਸਿੰਗ ਕਿਵੇਂ ਕਰਨੀ ਹੈ, ਦੈਟ ਇਜ਼ ਰੀਅਲੀ ਇੰਪੋਰਟੈਂਟ। ਐਂਡ ਉਹ ਸਾਰਾ ਇਸੇ ਦੇ ਉੱਤੇ ਹੀ ਨਿਰਭਰ ਹੈ। ਇਹ ਤੋਂ ਹੀ ਤੁਸੀਂ ਸਿੱਖੋਗੇ ਅੱਗੇ ਰੈਫਰੈਂਸਿੰਗ ਕਿਵੇਂ ਕਰਨੀ ਹੈ। ਕਿਉਂਕਿ ਅੱਗੇ ਮੰਨ ਲਓ ਤੁਸੀਂ ਕੋਈ ਅਸਾਈਨਮੈਂਟ ਬਣਾ ਕੇ ਸਬਮਿਟ ਕਰਤੀ, ਅਗਰ ਤੁਹਾਡਾ ਟੀਚਰ ਬਹੁਤ ਜ਼ਿਆਦਾ ਮਤਲਬ ਅੱਛਾ ਹੈ, ਬਹੁਤ ਜ਼ਿਆਦਾ ਵਿਜੀਲੈਂਟ ਟੀਚਰ ਹੈ, ਤਾਂ ਉਹ ਤੁਹਾਡੀ ਰੈਫਰੈਂਸਿੰਗ ਵੀ ਚੈੱਕ ਕਰ ਸਕਦਾ ਦੈਟ ਯੂ ਹੈਵ ਡਨ ਦ ਰੈਫਰੈਂਸਿੰਗ ਕਰੈਕਟਲੀ ਔਰ ਨਾਟ।
ਔਰ ਅਗਰ ਤੁਹਾਡੀ ਰੈਫਰੈਂਸਿੰਗ ਰੋਂਗ ਹੈ ਤਾਂ ਚਾਹੇ ਤੁਹਾਡਾ 20 ਪੇਜਾਂ ਦਾ ਤੁਸੀਂ ਆਰਟੀਕਲ ਜਾਂ ਅਸਾਈਨਮੈਂਟ ਬਣਾ ਕੇ ਸਬਮਿਟ ਕਰ ਰਹੇ ਹੋ ਔਰ ਐਂਡ 'ਤੇ ਅਗਰ ਇੱਕ ਸਿੰਗਲ ਪੇਜ ਦੀ ਰੈਫਰੈਂਸਿੰਗ ਤੁਸੀਂ ਰੋਂਗ ਕਰਤੀ ਤਾਂ ਨਾਟ ਓਨਲੀ ਦ ਟੀਚਰ ਵਿਲ ਡਿਡਕਟ ਯੋਰ ਮਾਰਕਸ, 0 ਵੀ ਲਗਾ ਸਕਦਾ ਐਂਡ ਬਟ ਹੋਏਗਾ ਕਿ ਨਾਲ ਤੋਂ ਨਾਲ ਦੇ ਵਿਲ ਹੀ ਔਰ ਸ਼ੀ ਵਿਲ ਫਾਈਲ ਅ ਕੇਸ ਆਫ ਅਕੈਡਮਿਕ ਇੰਟੈਗ੍ਰਿਟੀ। ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਹੋਏਗਾ ਕਿ ਤੁਸੀਂ ਜੋ ਕਿਸੇ ਦੀ ਇਨਫੋਰਮੇਸ਼ਨ ਯੂਜ਼ ਕਰ ਲਈ ਐਂਡ ਉਹਦਾ ਤੁਸੀਂ ਕੋਈ ਰੈਫਰੈਂਸ ਨਹੀਂ ਦਿੱਤਾ ਐਂਡ ਦੈਟ ਇਜ਼ ਰੋਂਗ ਅਕੋਰਡਿੰਗ ਟੂ ਦ ਕੈਨੇਡੀਅਨ ਐਜੂਕੇਸ਼ਨ ਲਾਅ, ਅਤੇ ਅਕੈਡਮਿਕ ਇੰਟੈਗ੍ਰਿਟੀ ਦੇ ਕੇਸਿਸ ਹੋ ਜਾਂਦੇ। ਇਹ ਸਬਜੈਕਟ ਇਸ ਕਰਕੇ ਇੰਪੋਰਟੈਂਟ ਆ ਜਾਂਦਾ। ਨੈਕਸਟ ਕਮਸ ਐਡਵਾਂਸਡ ਸਪਰੈਡਸ਼ੀਟ, ਜਿਹੜਾ ਪਿਛਲੇ ਲੈਵਲ ਦੇ ਵਿੱਚ ਆਪਾਂ ਪੜ੍ਹਿਆ ਸੀਗਾ ਇੱਕ ਟੌਪਿਕ ਜਿਹਦੇ ਵਿੱਚ ਸੀਗਾ ਦਿਸ ਵਾਸ ਕੋਰਸ ਸੀਗਾ ਬਿਜ਼ਨਸ ਕੰਪਿਊਟਿੰਗ ਐਪਲੀਕੇਸ਼ਨਸ। ਤਾਂ ਇਹਨਾਂ ਦੇ ਵਿੱਚ ਸਪਰੈਡਸ਼ੀਟ ਯਾਨੀ ਕਿ ਮਾਈਕਰੋਸਾਫਟ ਐਕਸਲ ਦਾ ਬੇਸਿਕ ਕਵਰ ਕੀਤਾ ਜਾਂਦਾ ਹੈ। ਔਰ ਉਸ ਤੋਂ ਬਾਅਦ ਅਗਲੇ ਲੈਵਲ ਦੇ ਅੰਦਰ ਤੁਹਾਡੇ ਕੋਲ ਇੱਕ ਸੈਪਰੇਟ ਸਬਜੈਕਟ ਹੀ ਆ ਗਿਆ, ਇੱਥੇ ਇੱਕ ਅਲੱਗ ਕੋਰਸ ਆ ਗਿਆ ਜਿਹਦੇ ਵਿੱਚ ਐਕਸਲ ਦੇ ਐਡਵਾਂਸਡ ਫਾਰਮੂਲਾਜ਼ ਤੁਹਾਨੂੰ ਸਿਖਾਏ ਜਾਣਗੇ ਐਂਡ ਇੰਪਲੀਮੈਂਟ ਕੀਤੇ ਜਾਂਦੇ। ਸੋ ਯੂ ਹੈਵ ਟੂ ਡੂ ਸਮ ਆਫ ਐਕਟੀਵਿਟੀਜ਼, ਟ੍ਰੇਨਿੰਗਸ, ਟੈਕਸਟ ਬੁੱਕ ਪ੍ਰੋਜੈਕਟਸ, ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਕਰਨੇ ਹੁੰਦੇ ਐਂਡ ਇਹਦੇ ਵਿੱਚ ਤੁਸੀਂ ਦੱਸੋਗੇ ਮਤਲਬ ਕਰਕੇ ਜੋ ਸਬਮਿਟ ਕਰੋਗੇ ਤੁਹਾਨੂੰ ਮਾਰਕਸ ਐਲੋਕੇਟ ਕੀਤੇ ਜਾਣਗੇ। ਐਂਡ ਕੁਛ ਐਡਵਾਂਸਡ ਕੌਨਸੈਪਟਸ ਲਾਈਕ ਪਾਈਵੋਟ ਟੇਬਲਸ ਕਿੱਦਾਂ ਯੂਜ਼ ਕਰਨੇ ਹੈ, ਕੁਛ ਬਿਜ਼ਨਸ ਐਨਾਲਿਸਿਸ ਕਰਨਾ ਹੈ, ਸੋਲਵਰ ਕਿੱਦਾਂ ਯੂਜ਼ ਕਰਨਾ ਹੈ, ਇੱਦਾਂ ਦੀਆਂ ਐਡ ਔਨਸ ਹੁੰਦੇ ਹੈ, ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਤੁਹਾਨੂੰ ਡਿਸਕਸ ਕਰਕੇ ਇੰਪਲੀਮੈਂਟ ਕਰਨੀਆਂ ਸਿਖਾਉਣਗੇ। ਨੈਕਸਟ ਇਜ਼ ਫਾਈਨੈਂਸ਼ੀਅਲ ਪ੍ਰੋਸੀਜਰ ਫॉर ਆਫਿਸ ਸੈਟਿੰਗਸ। ਇਹ ਬੜਾ ਹੀ ਇੰਪੋਰਟੈਂਟ ਇੱਕ ਕਹਿ ਲਓ ਸਬਜੈਕਟ ਹੈ ਜਿਹੜਾ ਤੁਹਾਨੂੰ ਅਗੇਨ ਤੁਹਾਡਾ ਜਿਹੜਾ ਪੂਰਾ ਪ੍ਰੋਗਰਾਮ ਹੈ ਆਫਿਸ ਐਡਮਿਨਿਸਟ੍ਰੇਸ਼ਨ ਲੀਗਲ, ਸਪੈਸ਼ਲੀ ਲੀਗਲ ਦੇ ਨਾਲ ਕਿਵੇਂ ਤੁਸੀਂ ਕੀ ਸਿੱਖਣਾ ਔਰ ਕਿੱਦਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਅੱਗੇ ਯੂਟੀਲਾਈਜ਼ ਹੋਣੀਆਂ ਉਹ ਇਹ 'ਚ ਦੱਸੀਆਂ ਜਾਣਗੀਆਂ। ਸੋ ਮੇਨ ਚੀਜ਼ਾਂ ਆ ਗਈਆਂ ਕਿ ਜਿਵੇਂ ਕੈਸ਼ ਪੇਮੈਂਟਸ ਕਿਵੇਂ ਹੋ ਰਹੀਆਂ, ਕੈਸ਼ ਰਿਸਿਪਟਸ ਕਿੱਦਾਂ ਕੱਟੀਆਂ ਜਾਂਦੀਆਂ, ਸੇਲਸ ਪਰਚੇਜ਼ ਇਨਵੋਇਸ ਕਿੱਦਾਂ ਆ ਰਹੇ ਹੈ, ਸੇਲਸ ਇਨਵੋਇਸ ਕੀ ਹੈ, ਜਨਰਲ ਲੈਜਰ ਕੀ ਹੁੰਦਾ, ਉਹਦੀਆਂ ਐਂਟਰੀਜ਼ ਕਿਵੇਂ ਹੁੰਦੀਆਂ, ਫਾਈਨੈਂਸ਼ੀਅਲ ਸਟੇਟਮੈਂਟਸ ਕਿਹੜੀਆਂ ਹੁੰਦੀਆਂ, ਰਿਸੀਵੇਬਲਸ ਕੀ ਹੁੰਦੇ ਹੈ, ਹੈ ਨਾ। ਤਾਂ ਪੇ ਰੋਲ ਕਿੱਦਾਂ ਮੈਨੇਜ ਕਰਨਾ ਹੈ, ਤੁਸੀਂ ਕੁਛ ਅਮਾਊਂਟਸ ਪੇ ਕਰਨੀ ਹੈ ਜਾਂ ਰਿਸੀਵ ਕਰਨੀ ਹੈ, ਉਹਨਾਂ ਦੀ ਅਕਾਊਂਟੈਂਸੀ ਦੇ ਬਾਰੇ ਕੰਪਲੀਟ ਲਾਈਕ ਬੇਸਿਕ ਆਫ ਦ ਅਕਾਊਂਟੈਂਸੀ, ਬਟ ਦੇ ਵਿਲ ਟੀਚ ਯੂ ਅਕੋਰਡਿੰਗ ਟੂ ਦ ਸੋਫਟਵੇਅਰ ਦੈਟ ਇਜ਼ ਫੋਲੋਡ ਇਨ ਦ ਕੈਨੇਡਾ। ਲਾਈਕ ਇੰਡੀਆ ਦੇ ਅੰਦਰ ਆਪਣੇ ਕੋਲ ਟੈਲੀ ਹੈ, ਬਿਜ਼ੀ ਹੈ, ਇਹ ਦੋ ਬਹੁਤ ਪੋਪੂਲਰ ਸੋਫਟਵੇਅਰ ਜਿਨ੍ਹਾਂ ਦੇ ਉੱਤੇ ਅਕਾਊਂਟੈਂਸੀ ਕੀਤੀ ਜਾਂਦੀ ਹੈ। ਬਟ ਕੈਨੇਡਾ ਦੇ ਅੰਦਰ ਵੀ ਹੈਵ ਸੇਜ 50 ਜਿਹੜਾ ਕਿ ਕੋਨੈਸਟੋਗਾ ਕਾਲਜ ਬੇਸ ਲੈ ਕੇ ਚੱਲਦਾ, ਇੱਕ ਵਾਰ ਬੇਸ 'ਤੇ ਇਹਦੇ ਉੱਤੇ ਤੁਹਾਨੂੰ ਸਾਰਾ ਪੜ੍ਹਾਇਆ ਜਾਂਦਾ ਹੈ। ਸੋ ਵੀ ਡੂ ਆਲ ਦ ਕੰਪਲੀਟ ਸਬਜੈਕਟ ਔਨ ਦਿਸ, ਠੀਕ ਹੈ ਜੀ। ਦੈਨ ਵੀ ਹੈਵ ਐਡਵਾਂਸਡ ਆਫਿਸ ਟੈਕਨੋਲੋਜੀ। ਐਡਵਾਂਸਡ ਆਫਿਸ ਟੈਕਨੋਲੋਜੀ ਦੇ ਵਿੱਚ ਤੁਹਾਡੇ ਕੋਲ ਪਿਛਲੇ ਲੈਵਲ ਦੇ ਅੰਦਰ ਜੋ ਇੰਟਰੋਡਕਸ਼ਨ ਟੂ ਆਫਿਸ ਟੈਕਨੋਲੋਜੀ, ਤੁਸੀਂ ਈਮੇਲ ਕੈਲੰਡਰਿੰਗ ਸੋਫਟਵੇਅਰ ਕਿਵੇਂ ਯੂਜ਼ ਕਰਨਾ ਹੈ, ਅਪੋਇੰਟਮੈਂਟ ਸ਼ੈਡਿਊਲਿੰਗ, ਬੁਕਿੰਗ, ਵਰਚੁਅਲ ਮੀਟਿੰਗਸ, ਕਾਨਫਰੈਂਸਿੰਗ, ਕੋਲੈਬੋਰੇਸ਼ਨਸ, ਇਹ ਸਾਰੀਆਂ ਚੀਜ਼ਾਂ ਉਹ ਇੱਥੇ ਐਡਵਾਂਸਡ ਲੈਵਲ ਦੇ ਉੱਤੇ ਆ ਜਾਣਗੀਆਂ। ਹਾਊ ਟੂ ਐਕਚੁਅਲੀ ਡੂ ਇਟ, ਤਾਂ ਉਹ ਸਾਰੇ ਸਕਿੱਲਸ ਕਿਹੜੇ ਯੂਜ਼ ਹੋ ਰਹੇ ਹੈ ਉਹ ਚੀਜ਼ਾਂ ਇਹਦੇ ਅੰਦਰ ਕਵਰ ਹੋ ਰਹੀਆਂ ਜੀ। ਨੈਕਸਟ ਤੁਹਾਡੇ ਕੋਲ ਆ ਜਾਂਦੇ ਲੈਵਲ 3 ਐਂਡ 4। ਲੈਵਲ 3 ਦੇ ਅੰਦਰ ਲੀਗਲ ਆਫਿਸ ਕਮਿਊਨੀਕੇਸ਼ਨ, ਸਬਜੈਕਟ ਨੇਮ ਤੋਂ ਹੀ ਪਤਾ ਲੱਗ ਰਿਹਾ ਲੀਗਲ ਆਫਿਸ ਕਮਿਊਨੀਕੇਸ਼ਨ ਕੀ ਹੈ। ਅਗਰ ਇੱਕ ਆਫਿਸ ਦੇ ਅੰਦਰ ਕਮਿਊਨੀਕੇਸ਼ਨ ਹੋ ਰਿਹਾ ਹੈ ਤਾਂ ਉਹ ਫੋਰ ਐਗਜ਼ਾਮਪਲ ਵੀ ਹੈਵ ਮਿਨਟਸ ਆਫ ਦ ਮੀਟਿੰਗ, ਕੋਈ ਮੀਟਿੰਗ ਹੋਈ ਉਹਨਾਂ ਦੀ ਸਾਰੀ ਡਿਟੇਲਸ ਨੂੰ ਆਪਾਂ ਮਿਨਟਸ ਆਫ ਮੀਟਿੰਗ ਦੇ ਅੰਦਰ ਸੇਵ ਕਰ ਲਿਆ, ਤਾਂ ਉਹ ਦੈਟ ਇਜ਼ ਅ ਲੀਗਲ ਕਮਿਊਨੀਕੇਸ਼ਨ ਡਾਕੂਮੈਂਟ। ਜਾਂ ਅਗਰ ਇੱਕ ਮੈਨੇਜਰ ਨੇ ਇੱਕ ਮੀਟਿੰਗ ਕਾਲ ਕਰਨੀ ਹੈ, ਸੋ ਦੈਟ ਵੁੱਡ ਬੀ ਅ ਮੀਟਿੰਗ ਏਜੰਡਾ ਮੀਟਿੰਗ, ਜਾਂ ਕੁਛ ਫਾਈਲ ਕਹਿ ਸਕਦੇ ਹੋ ਨਾ ਕਾਲਿੰਗ ਲਈ, ਜਾਂ ਕੁਛ ਅਨਾਊਂਸਮੈਂਟਸ ਹੈ ਤਾਂ ਉਹ ਕਿੱਦਾਂ ਡਿਕਲੇਅਰ ਕਰਨਗੇ, ਵਾਟ ਰੂਲਸ ਆਰ ਦੇਅਰ, ਵਾਟ ਯੂ ਹੈਵ ਟੂ ਡੂ, ਵਾਟ ਯੂ ਹੈਵ ਟੂ ਨਾਟ ਡੂ, ਉਹ ਸਾਰੀਆਂ ਚੀਜ਼ਾਂ ਦੇ ਅੰਦਰ ਕਵਰ ਕਰਦੇ ਹਾਂ। ਦੈਨ ਵੀ ਹੈਵ ਆਰਗੇਨਾਈਜੇਸ਼ਨ ਬਿਹੇਵੀਅਰ, ਬਹੁਤ ਅੱਛਾ ਸਬਜੈਕਟ ਹੈ, ਇਟਸ ਵੈਰੀ ਥਿਓਰੈਟੀਕਲ ਹੈ, ਇਹਦੇ ਅੰਦਰ ਕੁਛ ਕੈਲਕੂਲੇਟਿਵ ਨਹੀਂ ਹੈ। ਯੂ ਹੈਵ ਟੂ ਸਬਮਿਟ ਲਾਈਕ 8 to 9 ਅਸਾਈਨਮੈਂਟਸ। ਕੁਛ ਇਹਦੇ ਅੰਦਰ ਸਿੰਪਲ ਜਿਹੀਆਂ ਚੀਜ਼ਾਂ ਹੋਣਗੀਆਂ, ਤੁਹਾਨੂੰ ਦੱਸਿਆ ਜਾਏਗਾ ਕਿ ਪਰਸਨਲ ਕੁਆਲਿਟੀਜ਼ ਕਿਹੜੀਆਂ, ਪ੍ਰੋਫੈਸ਼ਨਲ ਕੁਆਲਿਟੀਜ਼ ਕਿਹੜੀਆਂ, ਹਾਊ ਦੀਜ਼ ਥਿੰਗਸ ਆਰ ਯੂਟੀਲਾਈਜ਼ਡ। ਕਿਸੇ ਬੰਦੇ ਨੇ ਕੋਈ ਗੱਲ ਕਹੀ, ਉਸ ਗੱਲ ਦਾ ਕਿਹੜਾ ਮਤਲਬ ਹੈ, ਉਹਦੀ ਕਿਹੜੀਆਂ ਪਰਸਨਲ ਕੁਆਲਿਟੀਜ਼ ਹੈ ਇਹਦੇ ਅੰਦਰ, ਕਿਹੜੀਆਂ ਨਹੀਂ ਹੈ, ਜਾਂ ਕੀ ਐਕਸਪੈਕਟੇਸ਼ਨਸ ਹੈ, ਕਿੱਦਾਂ ਯੂਜ਼ ਹੋਣੀਆਂ। ਤਾਂ ਕਾਫੀ ਇਹਦੇ ਵਿੱਚ ਡਿਫਰੈਂਟ ਪੁਆਇੰਟਸ ਕਵਰ ਹੁੰਦੇ ਆ ਬੇਸਡ ਔਨ ਕਲਚਰ, ਪਾਵਰ, ਚੇਂਜ, ਇਮੋਸ਼ਨਸ, ਸਾਰਾ ਕੁਛ ਕਵਰ ਹੋ ਜਾਂਦਾ ਹੈ, ਠੀਕ ਹੈ ਨਾ। ਮਤਲਬ ਮੇਨ ਚੀਜ਼ ਹੈ ਕਿ ਹਾਊ ਟੂ ਰਿਮੇਨ ਸਕਸੈਸਫੁਲ ਇਨ ਐਨ ਆਰਗੇਨਾਈਜੇਸ਼ਨ ਬੇਸਡ ਔਨ ਯੋਰ ਬਿਹੇਵੀਅਰ, ਹੈ ਨਾ। ਟੀਮ ਵਰਕ ਕਿੱਦਾਂ ਹੁੰਦਾ ਹੈ, ਲੀਡਰਸ਼ਿਪ ਕੁਆਲਿਟੀਜ਼ ਕਿਹੜੀਆਂ ਹੁੰਦੀਆਂ,
हाउ टू बिकम अ सक्सैसफुल लीडर, हाउ टू बिकम अ प्रॉब्लम सॉल्वर, जिहड़ी कि सब तो वड्डी डिमांड है। तो वो सारियां चीज़ां इह दस्सियां जाणगियां। नैक्सट वी कम फॉर लिटिगेशन 1, तो लॉ का यह सबजैक्ट आ गया। लिटिगेशन सारियां दस्सियां जाणगियां। ओंटैरियो कोर्ट सिस्टम किद्दां वर्क करदा है, किद्दां उन्हां की उन्हां दियां टर्मिनोलॉजीज़ हैं, किहड़े वो रूल्स और एक्ट के उत्ते बेस्ड है, ये सारियां चीज़ां इहदे अंदर आ जांदियां। नैक्सट इज़ फैमिली लॉ, द लॉ रिलेटिड टू द फैमिली, है ना। ओंटैरियो के अंदर किहड़ा फैमिली लॉ वर्क करदा है, किद्दां तुसीं इनफॉर्मेशन नूं यूज़ कर सकदे हो, किद्दां तुसीं डॉक्यूमेंट्स नूं यूज़ कर सकदे हो, किद्दां तुसीं कम्यूनीकेट कर सकदे हो, ठीक है जी। ये सारियां चीज़ां इहदे अंदर। इस तो बाद आपां गल करदे हां फैमिली लॉ दी। तो फैमिली लॉ कैनेडा के अंदर बहुत इंपॉर्टेंट है एंड इस सबजैक्ट के अंदर डिस्कस किया जाता है बेस तो अगर गल करिए तो पहला टर्मिनोलॉजी या कोई अगर फैमिली लॉ एग्जिस्टिंग है उन्हां दी सारी स्टडी। एंड इस तो बाद जो ऑफिस एडमिनिस्ट्रेशन नाल रिलेटेड आ जाता है, दैट इज़ द रोल एंड रिस्पॉन्सिबिलिटी ऑफ द असिस्टेंट। कोई असिस्टेंट जिहड़ा हैगा लीगल असिस्टेंट, उहदियां की रोल्स एंड रिस्पॉन्सिबिलिटी हुंदियां वैन द परसन इज़ डिस्कसिंग अबाउट फैमिली लॉ। अगर तुहाडी किसी इस तरह की ऑर्गेनाइजेशन के अंदर जॉब लग गई है जिथे तुसीं फैमिली लॉ नाल डील कर रहे हो, तो तुसीं किहड़ा तरह के सॉफ्टवेयर यूज़ कर रहे हैं, गवर्नमेंट ਦੀਆਂ ਕਿਹੜੀਆਂ ਵੈਬਸਾਈਟਸ ਨੂੰ ਰੈਫਰ ਕਰਨਾ ਹੈ, ਕਿੱਥੇ ਤੁਹਾਡੇ ਕੋਲੇ ਲਾਅ ਦੇ ਬਾਰੇ ਇਨਫੋਰਮੇਸ਼ਨ ਆਏਗੀ, ਉਹਨੂੰ ਕਿੱਦਾਂ ਤੁਸੀਂ ਡਾਕੂਮੈਂਟਸ ਦੇ ਅੰਦਰ ਫਰੇਜ਼ ਕਰਨਾ ਹੈ। ਫੋਰ ਐਗਜ਼ਾਮਪਲ ਅਗਰ ਕਿਸੇ ਦੀ ਕੋਈ ਪਟੀਸ਼ਨ ਹੈ, ਕਿਸੇ ਨੇ ਕੋਈ ਕੇਸ ਲਗਾਉਣਾ ਹੈ ਕਿਸੇ ਦੇ ਉੱਪਰ, ਐਂਡ ਉਸ ਕੇਸ ਦੀ ਕਿਹੜੀ ਟਰਮੀਨੋਲੋਜੀ ਹੋਊਗੀ, ਕਿੱਦਾਂ ਉਹਦੀ ਰੈਗੂਲੇਸ਼ਨਸ ਜਾਂ ਰੂਲਸ ਉਹਨੂੰ ਤੁਸੀਂ ਐਡ ਕਰਨਾ ਹੈ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਐਡ ਹੋ ਰਹੀਆਂ। ਨੈਕਸਟ ਇਸ ਤੋਂ ਬਾਅਦ ਆ ਜਾਂਦਾ ਜੀ ਰੀਅਲ ਐਸਟੇਟ। ਤਾਂ ਅਗਰ ਲੀਗਲ ਫਾਰਮੈਲਿਟੀਜ਼ ਦੀ ਗੱਲ ਕਰਦੇ ਹਾਂ ਤਾਂ ਰੀਅਲ ਐਸਟੇਟ ਇੱਕ ਬਹੁਤ ਵੱਡਾ ਸੈਕਟਰ ਹੈ ਜਿਹਦੇ ਵਿੱਚ ਸਪੈਸ਼ਲੀ ਸੇਲ ਐਂਡ ਪਰਚੇਜ਼ ਆਫ ਲੈਂਡ, ਕਮਰਸ਼ੀਅਲ ਪਲੇਸਿਸ ਐਂਡ ਲਾਈਕ ਹੋਮਸ, ਇਹ ਸਾਰੀਆਂ ਚੀਜ਼ਾਂ ਕਵਰ ਹੋ ਜਾਂਦੀਆਂ। ਸਟੂਡੈਂਟ ਇਹਦੇ ਵਿੱਚ ਇਹਨੂੰ ਰੀਡ ਕਰੇਗਾ ਐਂਡ ਐਕਸਪਲੋਰ ਕਰੇਗਾ ਲੈਂਡ ਰਜਿਸਟ੍ਰੇਸ਼ਨ ਸਿਸਟਮ ओंटैरियो का, ठीक है जी। तो लैंड ओनरशिप किन्ने टाइप की होंदी है, किद्दां तरह के लैंड्स हैं, किहड़ा एरिया उन्होंने कोले होएगा, किहड़ा नहीं होएगा, डॉक्यूमेंट्स किहड़े लीगल होंदे हैं अवेलेबल वैन एवर सम काइंड ऑफ सेल परचेज मॉर्टगेज इदां दा कुछ भी हो रहा है, तो उन्हां दे विच सारियां चीज़ां किवें किवें यूज़ होंदियां। फिर उस तो बाद अपने कोले नैक्सट जो आंदा है दैट इज़ द सेफ्टी इन वर्क प्लेस। ਇਹ ਸਬਜੈਕਟ ਹੈ ਜਿਹੜਾ ਸਾਰਿਆਂ ਤਿੰਨਾਂ ਦੇ ਵਿੱਚ ਆਫਿਸ ਐਡਮਿਨਿਸਟ੍ਰੇਸ਼ਨ, ਐਗਜ਼ੈਕਟਿਵ, ਜਨਰਲ ਐਂਡ ਲੀਗਲ ਦੇ ਅੰਦਰ ਇਹ ਸੇਮ ਹੀ ਯੂਜ਼ ਹੁੰਦਾ ਹੈ। ਸੇਫਟੀ ਜੋ ਹੈ ਇਹਦੇ ਬਾਰੇ ਕੁਛ ਜ਼ਿਆਦਾ ਡਿਟੇਲ ਦੇ ਵਿੱਚ ਤੁਹਾਨੂੰ ਦੱਸਣ ਦੀ ਜ਼ਰੂਰਤ ਨਹੀਂ, ਬਹੁਤ ਈਜ਼ੀ ਹੈ ਕਿ ਵਰਕ ਪਲੇਸ ਦੇ ਉੱਤੇ ਕਿਸੇ ਵੀ ਅਗਰ ਆਫਿਸ 'ਚ ਤੁਸੀਂ ਕੰਮ ਕਰ ਰਹੇ ਹੋ ਉੱਥੇ ਤੁਹਾਡੇ ਕੀ ਰਾਈਟਸ ਹੈਗੇ ਹੈ, ਕਿਹੜੇ ਚੀਜ਼ਾਂ ਨੂੰ ਤੁਸੀਂ ਫੋਲੋ ਕਰਕੇ ਸੇਫਟੀ ਇਨਸ਼ੋਰ ਕਰਨੀ ਹੈ ਕਿ ਮੈਕਸੀਮਮ ਸੇਫਟੀ ਹੋਣੀ ਚਾਹੀਦੀ ਹੈ। ਐਂਡ ਅਗਰ ਕੋਈ ਇਹੋ ਜਿਹੀ ਚੀਜ਼ ਹੈ ਜਿਸ ਨੂੰ ਕਰਨ ਨਾਲ ਤੁਹਾਡੀ ਸੇਫਟੀ ਖਤਰੇ ਦੇ ਵਿੱਚ ਆ ਰਹੀ ਹੈ ਤਾਂ ਉਹਨੂੰ ਕਰਨਾ ਹੈ ਜਾਂ ਨਹੀਂ ਕਰਨਾ, ਅਗਰ ਜਵਾਬ ਦੇਣਾ ਹੈ ਤਾਂ ਕਿੱਦਾਂ ਦੇਣਾ ਹੈ। ਅਗਰ ਤੁਹਾਡਾ ਸੁਪਰਵਾਈਜ਼ਰ ਤੁਹਾਨੂੰ ਕਹਿ ਰਿਹਾ ਕਿ ਇਹ ਕੰਮ ਕਰੋ, ਦੈਟ ਇਜ਼ ਅਗੇਂਸਟ ਦ ਲਾਅ, ਦੈਨ ਡੈਫੀਨੇਟਲੀ ਯੂ ਹੈਵ ਟੂ ਸੇ ਨੋ ਫॉर ਇਟ, ਠੀਕ ਹੈ ਜੀ। ਤਾਂ ਇਹ ਸਾਰਾ ਕੰਮ ਇਹਦੇ ਵਿੱਚ ਆ ਜਾਏਗਾ। ਫਾਇਰ ਸੇਫਟੀ ਵੀ ਇੰਕਲੂਡਡ ਹੈ, ਸੇਫਟੀ ਗਾਈਡਲਾਈਨਸ, ਹੈਲਥ ਹੋ ਗਿਆ, ਵਾਇਲੈਂਸ ਐਟ ਸੇਫ ਵਰਕ ਪਲੇਸ, ਠੀਕ ਹੈ ਜੀ। ਬੇਸਿਕ ਤੁਸੀਂ ਹਾਈਜੀਨ ਮੇਨਟੇਨ ਕਰਨਾ, हैंड वॉशिंग, मेनटेनिंग डिस्टेंस ड्यू टू कोविड, ये सारिया चीज़ां भी ये अंदर ऐड हो चुकी हैं। लास्ट के उत्ते अपने को लैवल 4 आ गया जी। लैवल 4 बहुत इंपॉर्टेंट है। सब तो पहला ये अंदर कोर्स है फील्ड प्लेसमेंट, जिहदे ऑफिस एडमिनिस्ट्रेशन लीगल रिलेटेड तुहानूं एक फील्ड प्लेसमेंट करवाई जाती है। पहला तुहाडे तो रिज्यूमे प्रिपेयर कराया जाता है, फिर तुहानूं एक जॉब एलोकेट की जाती है। उस जॉब दे विच तुसीं अपना कवर लैटर बना के, रिज्यूमे बना के अपने स्किल्स नूं शोकेस करदे हो, तुहाडीआं जो जो स्पैशलिटीज़ है उन्होंने तुसीं मैंशन करदे हो, या अगर तुसीं जो कोई पार्ट टाइम जॉब दे विच कीता होया तो वो सारिया चीज़ां भी उहदे विच ऐड करदे हो। फील्ड प्लेसमेंट दे विच तुसीं जाणदे हो तुहानूं एक सुपरवाइजर एलोकेट हुंदा है जिहड़ा कि तुहानूं हैल्प आउट करदा है तुसीं किद्दां जॉब नूं करना है, किद्दां इंस्ट्रक्शनस फॉलो करनी है। ਜਿਹੜੀਆਂ ਚੀਜ਼ਾਂ ਤੁਸੀਂ ਆਫਿਸ ਐਡਮਿਨਿਸਟ੍ਰੇਸ਼ਨ ਦੇ ਅੰਦਰ ਲਰਨ ਕੀਤੀਆਂ ਲਾਈਕ ਯੋਰ ਐਕਸਲ, ਵਰਡ, ਪਾਵਰ ਪੁਆਇੰਟ, ਇਹ ਸਾਰੀਆਂ ਚੀਜ਼ਾਂ ਹੋ ਗਈਆਂ, ਪਲੱਸ ਯੋਰ ਰਾਈਟਿੰਗ ਸਕਿੱਲਸ, ਯੋਰ ਐਨਾਲਿਟੀਕਲ ਸਕਿੱਲਸ, ਯੋਰ ਰਿਸਰਚ ਸਕਿੱਲਸ, ਉਹ ਸਾਰੀਆਂ ਦੇ ਅੰਦਰ ਇਨਕੋਰਪੋਰੇਟ ਹੋਣਗੀਆਂ। ਦੈਨ ਵੀ ਕਮ ਟੂ ਦ ਕਾਰਪੋਰੇਟ ਲਾਅ। ਅਗਰ ਤੁਸੀਂ ਕਿਸੇ ਪ੍ਰੋਫੈਸ਼ਨਲ ਆਰਗੇਨਾਈਜੇਸ਼ਨ ਦੇ ਨਾਲ ਡੀਲ ਕਰ ਰਹੇ ਹੋ ਤਾਂ ਉਹਨਾਂ ਦੇ ਕੀ ਰਾਈਟਸ ਹੈ, ਕਿਹੜੇ ਕਿਹੜੇ ਪ੍ਰੋਸੀਜਰਸ ਹੈ, ਕਮਰਸ਼ੀਅਲ ਲਾਅ ਕਿਹੜਾ ਹੈ, ਕਾਰਪੋਰੇਟ ਲਾਅ ਕਿਹੜਾ ਹੈ,
ਇੱਕ ਚੀਜ਼ ਇਹਦੇ ਵਿੱਚ ਜ਼ਰੂਰ ਧਿਆਨ ਦਿਓ, ਜਦੋਂ ਵੀ ਆਪਾਂ ਲਾਅ ਦੀ ਗੱਲ ਕਰਦੇ ਹਾਂ, ਇਟ ਡਜ਼ ਨਾਟ ਮੀਨ ਦੈਟ ਯੂ ਆਰ ਸਟੱਡਿੰਗ ਲਾਅ। ਉੱਥੇ ਜਾ ਕੇ ਤੁਸੀਂ ਲਾਅ ਨਹੀਂ ਪੜ੍ਹਨਾ, ਤੁਸੀਂ ਸਿਰਫ ਇਹ ਪੜ੍ਹਨਾ ਹੈ ਕਿ ਜੋ ਆਫਿਸ ਐਡਮਿਨਿਸਟ੍ਰੇਸ਼ਨ ਹੈ, ਆਫਿਸ ਐਡਮਿਨਿਸਟ੍ਰੇਸ਼ਨ ਦੇ ਅੰਦਰ ਕਿੱਦਾਂ ਲਾਅ ਦੇ ਨਾਲ ਡੀਲ ਕੀਤਾ ਜਾਂਦਾ। ਫੋਰ ਐਗਜ਼ਾਮਪਲ, ਅਗਰ ਇਫ ਯੂ ਆਰ ਗਿਵਿੰਗ ਸਮ ਕਾਈਂਡ ਆਫ ਰਿਟਨ ਐਪਲੀਕੇਸ਼ਨ, ਤਾਂ ਉਸ ਲਾਅ ਦੀ ਰਿਟਨ ਐਪਲੀਕੇਸ਼ਨ ਕਿੱਦਾਂ ਬਣੇਗੀ, ਕਿਹੜਾ ਫਾਰਮੈਟ ਯੂਜ਼ ਹੋਏਗਾ, ਕਿਹੜੀਆਂ ਉਹਦੀਆਂ ਇੰਪੋਰਟੈਂਟ ਥਿੰਗਸ ਹੈ ਜਿਹੜੀਆਂ ਤੁਸੀਂ ਐਡ ਔਨ ਕਰਨੀਆਂ, ਜਾਂ ਕਿਹੜੇ ਰੈਫਰੈਂਸਿਸ ਐਡ ਔਨ ਕਰਨੇ ਆ, ਕਿੱਥੋਂ ਤੁਸੀਂ ਇਨਫੋਰਮੇਸ਼ਨ ਯੂਜ਼ ਕਰਨੀ ਹੈ, ਸੋਰਸ ਕੀ ਹੈ, ਕਿਸ ਤਰ੍ਹਾਂ ਦੇ ਤੁਹਾਡੇ ਕੋਲ ਕਲਾਇੰਟਸ ਹੋ ਸਕਦੇ ਹੈ, ਕਸਟਮਰ ਹੋ ਸਕਦੇ ਆ ਜਿਨ੍ਹਾਂ ਦੇ ਇਸ਼ੂਜ਼ ਹੈ, ਜਿਹਨੂੰ ਤੁਸੀਂ ਅੱਗੇ ਸ਼ੋਕੇਸ ਕਰਨਾ ਹੈ, ਜਾਂ ਤੁਸੀਂ ਕੋਈ ਲੀਗਲ ਪਟੀਸ਼ਨ ਕਰ ਰਹੇ ਹੋ, ਜਾਂ ਕੋਈ ਡਾਕੂਮੈਂਟੇਸ਼ਨ ਹੈ, ਕੋਈ ਗਵਰਨਮੈਂਟ ਨੇ ਇਸ਼ੂ ਰੇਜ਼ ਕਰਤਾ, ਤੁਸੀਂ ਉਹਦਾ ਜਵਾਬ ਦੇ ਰਹੇ ਹੋ, ਹੈ ਨਾ। ਸੋ ਆਲ ਦੀਸ ਥਿੰਗਸ, ਤਾਂ ਲੀਗਲ ਡਾਕੂਮੈਂਟੇਸ਼ਨ ਦੇ ਨਾਲ ਹੀ ਸਾਰਾ ਰਿਲੇਟਡ ਇਹ ਕੰਮ ਤੁਹਾਨੂੰ ਮਿਲੇਗਾ। ਨੈਕਸਟ ਇਜ਼ ਵਿਲਸ ਐਂਡ ਐਸਟੇਟ। ਵਿਲਸ ਆਪਾਂ ਨੂੰ ਪਤਾ ਹੀ ਹੈ ਕਿ ਵਸੀਅਤ ਹੋ ਗਈ, ਐਸਟੇਟ ਹੋ ਗਿਆ ਇਫ ਯੂ ਹੈਵ ਐਨੀ ਪਲੇਸ ਜਿਹੜੀ ਪੁਸ਼ਤਾਨੀ ਜੱਦੀ ਜਾਇਦਾਦ ਹੈ, ਉਹਦੇ ਨਾਲ ਰਿਲੇਟਡ ਕੋਈ ਟਰਮੀਨੋਲੋਜੀ ਹੈ ਉਹ ਸਿੱਖਦੇ ਹੋ ਤੁਸੀਂ। ਸੌਫਟਵੇਅਰ ਕਿਹੜੇ ਹੈ, ਕਿੱਥੋਂ ਤੁਸੀਂ ਇਨਫੋਰਮੇਸ਼ਨ ਲੈਣੀ ਹੈ, ਕਿੱਥੇ ਦੇਣੀ ਹੈ, ਕਿੱਦਾਂ ਤੁਸੀਂ ਉਹਦੇ ਵਿੱਚ ਐਪਲੀਕੇਸ਼ਨਸ ਕ੍ਰੀਏਟ ਕਰਨੀ ਹੈ, ਕੋਈ ਕੈਲਕੂਲੇਸ਼ਨਸ ਕਰਨੀ ਹੈ, ਸਪਰੈਡਸ਼ੀਟਸ ਪ੍ਰਿਪੇਅਰ ਕਰਨੀ ਹੈ, ਕੋਈ ਡਾਕੂਮੈਂਟੇਸ਼ਨ ਪ੍ਰਿਪੇਅਰ ਕਰਨੀ ਹੈ, ਤਾਂ ਇਹ ਸਾਰੀਆਂ ਚੀਜ਼ਾਂ ਉਹਦੇ ਅੰਦਰ ਵੀ ਕਵਰ ਹੋ ਜਾਂਦੀਆਂ। ਦੈਨ ਵੀ ਕਮ ਅਕ੍ਰੋਸ ਲਿਟੀਗੇਸ਼ਨ 2, ਰੀਅਲ ਐਸਟੇਟ 2। ਇਹ ਜੋ ਦੋਨੋਂ ਸਬਜੈਕਟ ਹੈਗੇ ਆ, ਇਹ ਪਹਿਲਾਂ ਵਾਲੇ ਜਿਹੜੇ ਆਪਾਂ ਰੀਅਲ ਐਸਟੇਟ 1 ਐਂਡ ਲਿਟੀਗੇਸ਼ਨ 1 ਨੂੰ ਰੀਡ ਕੀਤਾ ਸੀ, ਤਾਂ ਉਹਨਾਂ ਦੇ ਫਰਦਰ ਐਡਵਾਂਸਡ ਕੌਨਸੈਪਟਸ ਡਿਸਕਸ ਹੁੰਦੇ ਆ, ਜਿਹਦੇ ਵਿੱਚ ਸਿਵਲ ਪ੍ਰੋਸੀਜਰ ਕੋਡ ਆ ਜਾਂਦਾ ਹੈ। ਵੀ ਕਮ ਅਕ੍ਰੋਸ ਰੀਅਲ ਐਸਟੇਟ ਦੇ ਕੋਈ ਐਡਮਿਨਿਸਟ੍ਰੇਟਿਵ ਸਕਿੱਲਸ ਹੈ, ਕੋਈ ਡੀਲਿੰਗਸ ਹੈ, ਸਟੈਂਡਰਡਸ ਹੈ, ਕੁਛ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਗਵਰਨਮੈਂਟ ਦੇ ਨਾਲ ਡਾਇਰੈਕਟ ਰਿਲੇਸ਼ਨ 'ਚ ਹੈ, ਐਂਡ ਦੇ ਆਰ ਹਾਈਲੀ ਰਿਕੁਆਇਰਡ ਟੂ ਬੀ ਹੈਂਡਲਡ ਬਾਈ ਅ ਐਕਸਪੀਰੀਅੰਸਡ ਪ੍ਰੋਫੈਸ਼ਨਲ। ਤਾਂ ਤੁਸੀਂ ਸੁਣੀਆਂ ਹੋਣੀਆਂ ਕੁਛ ਜੋਬਸ, ਜਿਵੇਂ ਕੋਈ ਰੀਅਲਟਰਸ ਹੈ ਜਾਂ ਸੋਲੀਸਿਟਰਸ ਹੈ, ਜਿਹੜੇ ਕਿ ਕੈਨੇਡਾ ਦੇ ਵਿੱਚ ਬਹੁਤ ਹੀ ਜ਼ਿਆਦਾ ਹਾਈ ਪੇਡ ਕੰਮ ਹੈ। ਅਗਰ ਤੁਸੀਂ ਕੋਈ ਵੀ ਇੱਕ ਲੀਗਲ ਐਕਟੀਵਿਟੀ ਕਰਨੀ ਹੈ, ਦੈਨ ਯੂ ਹੈਵ ਟੂ ਪੇ ਅ ਲੋਟ। ਤੁਹਾਨੂੰ ਕੋਈ ਡਾਕੂਮੈਂਟੇਸ਼ਨ ਹੈ, ਇਟਸ ਨਾਟ ਲਾਈਕ ਇੰਡੀਆ ਕਿ ਜਿਵੇਂ ਆਪਾਂ ਕੋਈ ਐਫੀਡੇਵਿਟ ਬਣਵਾ ਲਿਆ, ਬਹੁਤ ਈਜ਼ੀ ਹੈ, ਖਰਚਾ ਕੋਈ 500,000 ਦੇ ਵਿੱਚ ਹੀ ਹੋ ਜਾਂਦਾ। ਬਟ ਵੈਨ ਯੂ ਟਾਕ ਅਬਾਊਟ ਕੈਨੇਡਾ, ਉੱਥੇ ਇਹ ਸਾਰਾ ਇੱਕ ਪ੍ਰੋਸੀਜਰ ਹੈ, ਇਹਨੂੰ ਫੋਲੋ ਕਰਨਾ ਪਏਗਾ। ਯੂ ਹੈਵ ਟੂ ਹਾਇਰ ਦੈਟ ਪਰਸਨ, ਉਸ ਪਰਸਨ ਕੋਲ ਜਾਣਾ ਪਏਗਾ। ਇਸ ਲਈ ਆਰਗੇਨਾਈਜੇਸ਼ਨਸ ਹੈ, ਕੰਪਨੀਜ਼ ਹੈ, ਉਹ ਆਫਿਸ ਐਡਮਿਨਿਸਟ੍ਰੇਟਰਸ ਨੂੰ ਆਪਣੇ ਕੋਲ ਰੱਖਦੇ ਹੈ ਜਿਨ੍ਹਾਂ ਦੇ ਕੋਲੇ ਇਹ ਵਾਲਾ ਸਕਿੱਲ ਹੁੰਦਾ ਹੈ। ਦੋਜ਼ ਹੂ ਨੋ ਹਾਊ ਟੂ ਡੀਲ ਵਿਦ ਦ ਗਵਰਨਮੈਂਟਲ ਆਰਗੇਨਾਈਜੇਸ਼ਨਸ ਔਰ ਕੋਈ ਵੀ ਗਵਰਨਮੈਂਟ ਬੋਡੀ ਨਾਲ ਡੀਲ ਕਰਨਾ। ਦੈਨ ਕਮਸ ਦ ਇਮੀਗ੍ਰੇਸ਼ਨ ਲਾਅ। ਇਮੀਗ੍ਰੇਸ਼ਨ ਲਾਅ ਤਾਂ ਬਹੁਤ ਹੀ ਤੁਹਾਨੂੰ ਪਤਾ ਹੈ ਜ਼ਰੂਰੀ ਹੈ। ਕੋਈ ਵੀ ਇੱਕ ਆਰਗੇਨਾਈਜੇਸ਼ਨ, ਉਹਦੇ ਵਿੱਚ ਕੋਈ ਇਮੀਗ੍ਰੈਂਟਸ ਆ ਰਹੇ ਹੈ, ਉਹਨੂੰ ਕਿਵੇਂ ਹਾਇਰ ਕਰਨਾ ਹੈ, ਕੀ ਉਹਨਾਂ ਨੂੰ ਪੇਰੋਲ ਦੇਣਾ ਹੈ, ਕੀ ਉਹਨਾਂ ਨੂੰ ਰੂਲਸ ਐਂਡ ਰਿਸਪੋਂਸਿਬਿਲਿਟੀਜ਼ ਅਸਾਈਨ ਕਰਨੀਆਂ, ਕਿਹੜੇ ਉਹਨਾਂ ਕੋਲ ਰਾਈਟਸ ਹੈ, ਕੀ ਡੀਲ ਕਰਨਾ, ਰਿਫਿਊਜੀ ਐਕਟ ਕਿਹੜਾ ਹੈ ਨਾ, ਉਹਨਾਂ ਨੂੰ ਕਿਹੜੀਆਂ ਚੀਜ਼ਾਂ ਇਕਨੋਮੀ ਦੇ ਅੰਡਰ ਉਹਨਾਂ ਨੂੰ ਕੀ ਬੈਨੀਫਿਟਸ ਮਿਲਣਗੇ, ਸੋਸਾਇਟੀ ਦੇ ਵਿੱਚ ਕੀ ਚੀਜ਼ਾਂ ਮਿਲਣਗੀਆਂ, ਕੀ ਨਹੀਂ ਮਿਲਣਗੀਆਂ, ਕਿਹੜੇ ਉਹਨਾਂ ਦੇ ਇਸ਼ੂਜ਼ ਹੈ, ਫੈਮਿਲੀ ਇਸ਼ੂਜ਼ ਉਹ ਕਿੱਦਾਂ ਹੈਂਡਲ ਕਰਨੇ। ਸੋ ਆਲ ਥਿੰਗ ਕਮਸ ਅੰਡਰ ਇਮੀਗ੍ਰੇਸ਼ਨ ਲਾਅ। ਤਾਂ ਇਹ ਆਪਣੇ ਕੋਲ ਸਾਰਾ ਆਪਾਂ ਡਿਸਕਸ ਕਰ ਲਿਆ। ਐਂਡ ਦਿਸ ਆਲ ਇਨਫੋਰਮੇਸ਼ਨ ਵਾਜ਼ ਅਬਾਊਟ ਆਫਿਸ ਐਡਮਿਨਿਸਟ੍ਰੇਸ਼ਨ ਲੀਗਲ, ਜਿਹਦੇ ਵਿੱਚ ਆਪਾਂ ਇਹ ਸਾਰੀਆਂ ਚੀਜ਼ਾਂ ਡਿਸਕਸ ਕੀਤੀਆਂ, ਇਹ ਸਾਰੇ ਕੋਰਸਿਸ ਡਿਸਕਸ ਕੀਤੇ। ਆਲਦੋ ਦਿਸ program is relevant to office administration general as well as executive, ਪਰ ਇਹਦੇ ਵਿੱਚ ਆਪਾਂ ਕਹਿ ਦਈਏ ਕਿ ਅਗਰ 50% ਤੋਂ ਲੈ ਕੇ 40% ਦੀ ਵੇਰੀਏਸ਼ਨ ਰਹਿੰਦੀ ਹੈ ਤਿੰਨਾਂ ਦੇ ਅੰਦਰ, ਠੀਕ ਹੈ ਜੀ। ਅਰਾਊਂਡ 50% ਕੰਟੈਂਟ ਸੇਮ ਹੋਏਗਾ, ਸਬਜੈਕਟ ਸੇਮ ਹੋ ਸਕਦੇ ਆ, ਜਾਂ ਸਬਜੈਕਟ ਦੇ ਨਾਮ ਅਲੱਗ ਹੈ ਤਾਂ ਉਹਨਾਂ ਦੇ ਅੰਦਰ ਕੰਟੈਂਟ ਸੇਮ ਹੋਏਗਾ, ਪਰ ਰਿਮੇਨਿੰਗ 50 ਤੋਂ 40% ਜਿਹੜਾ ਹੈ ਉਹ ਇਹਨਾਂ ਦੇ ਵਿੱਚ ਡਿਫਰੈਂਟ ਹੁੰਦਾ ਹੈ, ਤਾਂ ਹੀ ਇਹਦੇ ਨਾਲ ਇਹ ਸਪੈਸ਼ਲਾਈਜੇਸ਼ਨ ਬਣਦੀ ਹੈ। ਸੋ ਅਗੇਨ ਦਿਸ ਇਜ਼ ਅਗੇਨ ਵੈਰੀ recommended course. Thank you and best of luck to all of you. If there is any kind of doubt, then you can just consult us. Thank you.